ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਰਬੱਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਆਓ ਹੁਣ ਆਪਣੀਆਂ ਮਨੋਬਿਰਤੀਆਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। 13 ਤਰੀਕ ਨੂੰ ਮਾਘੀ ਦਾ ਜੋੜ ਮੇਲਾ ਸੀ, ਜਿਸ ਦਿਨ ਮਾਘ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ। ਉਸੇ ਹੀ ਸੰਬੰਧ ਵਿੱਚ ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਇਹ ਪਾਵਨ ਸ਼ਬਦ ਜੋ 12 ਮਾਹਾਂ ਦੇ ਸਿਰਲੇਖ ਹੇਠਾਂ ਰਾਗ ਮਾਝ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 136 ਤੇ ਦਰਜ ਹੈ, ਇਸ ਦੇ ਵਿਚਾਰ ਆਪਾਂ ਸਾਂਝੀ ਕਰਨੀ ਹੈ। ਇਸ ਦੇ ਨਾਲ ਨਾਲ ਮਾਘੀ ਵਾਲੇ ਦਿਨ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਭਾਰੀ ਜੋੜ ਮੇਲਾ ਹੁੰਦਾ ਹੈ, ਤੇ ਆਪਾਂ ਥੋੜਾ ਜਿਹਾ ਵਿਚਾਰ ਉਸ ਸੰਬੰਧ ਵਿੱਚ ਵੀ ਕਰਾਂਗੇ ਤਾਂ ਜੋ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਕਤੇ ਹੋਣ ਦਾ ਵਰ ਜਾਂ ਖਿਤਾਬ ਬਖਸ਼ਿਸ਼ ਕੀਤਾ ਸੀ। ਸੋ ਆਓ ਪਹਿਲਾਂ ਇਸ ਪਾਵਨ ਸ਼ਬਦ ਵੱਲ ਆਪਾਂ ਧਿਆਨ ਦਿੰਦੇ ਹਾਂ, ਜਿਸ ਵਿੱਚ ਸਤਿਗੁਰੂ ਜੀ ਨੇ 3-4 ਚੀਜ਼ਾਂ ਸਾਡੇ ਸਾਹਮਣੇ ਲਿਆਂਦੀਆਂ ਨੇ। ਇੱਕ ਤਾਂ ਮੱਜਨ ਸੰਗ ਸਾਧੂਆਂ, ਦੂਸਰਾ ਧੂੜੀ ਕਰ ਇਸ਼ਨਾਨ। ਸੋ ਆਪਾਂ ਲੜੀਵਾਰ ਇਹਨਾਂ ਚੀਜ਼ਾਂ ਨੂੰ ਸਮਝਦੇ ਚੱਲਾਂਗੇ ਕਿ ਇਸ ਮਹੀਨੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਇਸ਼ਨਾਨ ਦੀ ਜਿਹੜੀ ਗੱਲ ਏ ਇਹ ਕਿਉਂ ਲਿਆਂਦੀ। ਕਿਉਂਕਿ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਕੁਝ ਹਿੰਦੂ ਧਾਰਮਿਕ ਗ੍ਰੰਥ, ਜਿਨ੍ਹਾਂ ਨੂੰ ਸ਼ਾਸਤਰ ਆਖਦੇ ਨੇ, ਉਹਨਾਂ ਵਿੱਚ ਜੋ ਮਾਘ ਦਾ ਮਹੀਨਾ ਹੈ ਇਸ ਨੂੰ ਉਹ ਸੰਕ੍ਰਾਂਤੀ ਆਖਦੇ ਨੇ। ਭਾਵ ਮਾਘ ਦਾ ਪਹਿਲਾ ਦਿਨ, ਉਸ ਦਿਨ ਨੂੰ ਉਹ ਬਹੁਤ ਪਵਿੱਤਰ ਦਿਨ ਮੰਨਦੇ ਨੇ ਅਤੇ ਉਹ ਇਸ ਤਰ੍ਹਾਂ ਸਮਝਦੇ ਨੇ ਕਿ ਜੇ ਇਸ ਦਿਨ ਤੇ ਮਾਘੀ ਵਾਲੇ ਦਿਨ ਜਾਂ ਮਾਘ ਦੀ ਸੰਗਰਾਂਦ ਵਾਲੇ ਦਿਨ ਤੀਰਥਾਂ ਵਿੱਚ ਇਸ਼ਨਾਨ ਕੀਤਾ ਜਾਏ, ਖਾਸ ਕਰਕੇ ਪ੍ਰਯਾਗਰਾਜ ਇੱਕ ਉਹਨਾਂ ਦਾ 88 ਤੀਰਥਾਂ ਵਿੱਚੋਂ ਤੀਰਥ ਹੈ, ਉਸ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਉਤਰ ਜਾਂਦੇ ਨੇ। ਸੋ ਬਹੁਤ ਸਾਰੇ ਲੋਕ ਹਿੰਦੁਸਤਾਨੀ ਇਹਨਾਂ ਤੀਰਥਾਂ ਵਿੱਚ ਮਾਘ ਦੇ ਮਹੀਨੇ ਭਾਵ ਪਹਿਲੀ ਤਰੀਕ ਨੂੰ ਇਸ਼ਨਾਨ ਕਰਨਾ ਉਹ ਪੁੰਨ ਕਰਮ ਸਮਝਦੇ ਨੇ। ਇਹਨਾਂ ਤੀਰਥਾਂ ਤੇ ਇਸ਼ਨਾਨ ਕਰਕੇ ਫਿਰ ਉੱਥੇ ਉਹ ਦਾਨ ਪੁੰਨ ਕਰਦੇ ਨੇ, ਉੱਥੇ ਉਹ ਪੂਜਾ ਪਾਠ ਕਰਦੇ ਨੇ, ਇਤਿਆਦਿਕ ਕਰਮ ਉਹ ਸਾਰੇ ਉਹਨਾਂ ਤੀਰਥਾਂ ਤੇ ਜਾ ਕੇ ਕਰਦੇ ਨੇ। ਸੋ ਉਹਨਾਂ ਨੂੰ ਉਹ ਸੁਭਾਗ ਮੰਨਦੇ ਨੇ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੀਰਥਾਂ ਵਿੱਚ ਇਸ਼ਨਾਨ ਕਰਨ ਦੀ ਬਜਾਏ ਉਹ ਮੱਜਨ ਸੰਗ ਸਾਧੂਆਂ ਦੀ ਗੱਲ ਕਰਦੇ ਨੇ। ਸੋ ਆਪਾਂ ਇਸ ਨੂੰ ਵੀ ਸਮਝਣਾ ਹੈ। ਇਸ ਨੂੰ ਸਮਝਣ ਤੋਂ ਪਹਿਲਾਂ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 12 ਮਾਹਾਂ ਦੇ ਸਿਰਲੇਖ ਹੇਠਾਂ ਤੁਖਾਰੀ ਰਾਗ ਵਿੱਚ ਬਚਨ ਲਿਖੇ ਨੇ
ਥੋੜਾ ਜਿਹਾ ਉਹਨਾਂ ਵੱਲੇ ਵੀ ਆਪਾਂ ਧਿਆਨ ਲੈ ਜਾਈਏ ਤਾਂ ਕਿ ਸਾਨੂੰ ਸਮਝ ਪਵੇ ਕਿ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਜੋ ਸਿੱਖਿਆ ਅੱਜ ਦੇ ਦਿਨ ਬਖਸ਼ ਰਹੇ ਨੇ, ਅਸੀਂ ਉਸ ਨੂੰ ਜੀਵਨ ਵਿੱਚ ਅਪਣਾਉਣਾ ਹੈ। ਤੇ ਜਿਹੜੇ ਫੋਕਟ ਕਰਮ ਕਾਂਡ ਨੇ ਅਸੀਂ ਜੀਵਨ ਵਿੱਚ ਕਰਦੇ ਹਾਂ, ਉਹਨਾਂ ਦਾ ਆਪਾਂ ਤਿਆਗ ਕਰਨਾ ਹੈ। ਸੋ ਗੁਰੂ ਨਾਨਕ ਸਾਹਿਬ ਜੀ ਕੀ ਫਰਮਾਉਂਦੇ ਨੇ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਾਘ ਦੇ ਮਹੀਨੇ ਵਿੱਚ ਉਹ ਜੀਵ ਰੂਪ ਇਸਤਰੀ ਪਵਿੱਤਰ ਹੋ ਗਈ ਜਿਸ ਨੇ ਬਾਹਰ ਮੁਖੀ ਤੀਰਥਾਂ ਨੂੰ ਛੱਡ ਕੇ ਆਪਣੇ ਅੰਦਰਲੇ ਤੀਰਥ ਨੂੰ ਸਮਝ ਲਿਆ, ਜਾਣ ਲਿਆ, ਪਹਿਚਾਨ ਲਿਆ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਇਹ ਅੰਦਰਲਾ ਤੀਰਥ ਕੀ ਏ? ਕੇਵਲ ਤੇ ਕੇਵਲ ਗੁਣਾਂ ਨੂੰ ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਵਸਾ ਲੈਣਾ। ਜਦੋਂ ਕੋਈ ਮਨੁੱਖ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਤੇ ਸਮਝ ਲੈਣਾ ਚਾਹੀਦਾ ਉਹ ਅੰਦਰਲੇ ਤੀਰਥ ਤੇ ਇਸ਼ਨਾਨ ਕਰ ਰਿਹਾ ਹੈ। ਜਦੋਂ ਕੋਈ ਮਨੁੱਖ ਇਹਨਾਂ ਸ਼ੁਭ ਗੁਣਾਂ ਨੂੰ ਇਕੱਤਰਿਤ ਕਰਕੇ ਆਪਣੇ ਮਨ ਵਿੱਚ ਵਸਾ ਲੈਂਦਾ ਤੇ ਪ੍ਰਭੂ ਨਾਲ ਆਪਣੀ ਸੁਰਤ ਨੂੰ ਜੋੜਦਾ ਹੈ ਤੇ ਫਿਰ ਉਸ ਆਤਮਿਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕਿਆ ਹੋਇਆ ਸੱਜਣ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾਂ ਸਰ ਨਾਵਾਂ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਆਪਾਂ ਨੂੰ ਇਹ ਗੱਲ ਸਮਝਾਈ ਸੀ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਨ ਭਾਣੇ ਕੇ ਨਾਏ ਕਰੀ। ਜੇ ਮੈਂ ਰੱਬ ਜੀ ਨੂੰ ਚੰਗਾ ਹੀ ਨਾ ਲੱਗਾ ਤੇ ਤੀਰਥਾਂ ਵਿੱਚ ਨਹਾ ਕੇ ਵੀ ਕੀ ਸੰਵਰੇਗਾ, ਕੀ ਲਾਭ ਹੋਏਗਾ। ਸੋ ਗੱਲ ਤੇ ਇੰਨੀ ਸੀ ਕਿ ਰੱਬ ਦੇ ਦਰ ਤੇ ਪ੍ਰਵਾਨ ਹੋਣਾ, ਪ੍ਰਭੂ ਜੀ ਨੂੰ ਭਾ ਜਾਣਾ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ। ਪ੍ਰਭੂ ਪਿਆਰੇ ਬੰਕੇ ਸੁੰਦਰ ਪ੍ਰਭੂ ਦੇ ਗੁਣਾਂ ਨੂੰ ਸੁਣ ਕੇ ਉਸ ਪ੍ਰੀਤਮ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਲੈਣਾ। ਤੁਧ ਭਾਵਾਂ ਸਰ ਨਾਵਾਂ। ਜੇ ਮੈਂ ਇਹਨਾਂ ਗੁਣਾਂ ਨੂੰ ਮਨ ਵਿੱਚ ਵਸਾ ਕੇ ਤੈਨੂੰ ਚੰਗਾ ਲੱਗ ਜਾਵਾਂ ਤੇ ਮੇਰੇ ਲਈ ਸਰੋਵਰ ਵਿੱਚ ਜਾਂ ਤੀਰਥ ਵਿੱਚ ਇਸ਼ਨਾਨ ਕਰਨਾ ਇਹੋ ਹੀ ਹੋਵੇਗਾ, ਮੈਨੂੰ ਬਾਹਰ ਨਹਾਉਣ ਦੀ ਜ਼ਰੂਰਤ ਨਹੀਂ। ਤੀਰਥਾਂ ਵਿੱਚ ਗੰਗ ਜਮਨ ਤਹਿ ਬੇਨੀ ਸੰਗਮ, ਸਾਤ ਸਮੁੰਦ ਸਮਾਵਾਂ। ਇੱਕ ਤੀਰਥ ਹੈ ਜਿਹੜੇ ਹਿੰਦੂ ਮਤ ਦੇ 68 ਤੀਰਥ ਨੇ, ਉਹਨਾਂ ਤੀਰਥਾਂ ਵਿੱਚੋਂ ਇੱਕ, ਉਸ ਨੂੰ ਤ੍ਰਿਵੇਣੀ ਆਖਦੇ ਨੇ। ਉੱਥੇ ਉਹ ਮੰਨਦੇ ਨੇ ਕਿ ਗੰਗਾ ਤੇ ਯਮੁਨਾ ਇਕੱਠੀਆਂ ਹੁੰਦੀਆਂ ਨੇ ਤੇ ਸਰਸਵਤੀ ਗੁਪਤ ਰੂਪ ਵਿੱਚ ਕਿਸੇ ਜਗ੍ਹਾ ਤੇ ਆ ਕੇ ਉੱਥੇ ਉਹਨਾਂ ਦੇ ਨਾਲ ਮਿਲਾਪ ਕਰਦੀ ਏ। ਉਸ ਨੂੰ ਉਹ ਤ੍ਰਿਵੇਣੀ ਮੰਨਦੇ ਨੇ। ਸੋ ਗੁਰੂ ਸਾਹਿਬ ਦਾ ਮਤ ਏ ਗੰਗ ਜਮੁਨ, ਗੰਗਾ ਅਤੇ ਜਮੁਨਾ ਤਹਿ ਬੇਨੀ ਸੰਗਮ। ਜਿੱਥੇ ਇਹ ਤ੍ਰਿਵੇਣੀ ਸਰਸਵਤੀ ਗੁਪਤ ਰੂਪ ਵਿੱਚ ਮਿਲਦੀ ਏ, ਉਹਨਾਂ ਦਾ ਸੰਗਮ ਯਾਨੀ ਮਿਲਾਪ ਹੁੰਦਾ ਹੈ। ਜੇ ਮੈਂ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਜਾਵਾਂ ਤੇ ਮੇਰੇ ਲਈ ਉਹ ਤ੍ਰਿਵੇਣੀ ਦਾ ਇਸ਼ਨਾਨ ਅਤੇ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਉਸ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜਿਆ ਹੋ ਜਾਏਗਾ। ਮੈਨੂੰ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਉਹਨਾਂ ਥਾਵਾਂ ਤੇ ਲੋਕ ਪੁੰਨ ਦਾਨ ਪੂਜਾ ਆਦਿਕ ਜਾ ਕੇ ਕਰਦੇ। ਗੁਰੂ ਸਾਹਿਬ ਨੇ ਆਖਿਆ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ। ਜਿਸ ਮਨੁੱਖ ਨੇ ਹਰ ਯੁੱਗ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਦਾ ਰਹਿੰਦਾ ਏ, ਉਸ ਨੂੰ ਪਹਿਚਾਨ ਲਿਆ, ਉਸ ਨੂੰ ਜਾਣ ਲਿਆ, ਉਹਦੇ ਲਈ ਪਰਮਾਤਮਾ ਨੂੰ ਜਾਣਨਾ ਹੀ ਪੁੰਨ ਕਰਮ ਹੋ ਜਾਏਗਾ, ਦਾਨ ਦੇਣਾ ਹੋ ਜਾਏਗਾ ਤੇ ਪੂਜਾ ਆਦਿ ਕਰਮ ਇਹ ਸਾਰੇ ਉਹਦੇ ਵਿੱਚ ਹੀ ਆ ਜਾਣਗੇ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਯੁੱਗਾਂ ਵਿੱਚ ਇੱਕ ਸਮਾਨ ਰਹਿੰਦਾ ਹੈ ਉਸ ਨੂੰ ਜਾਣ ਲਈਏ ਤਾਂ। ਨਾਨਕ
ਮਾਘ ਮਹਾਰਸ ਹਰ ਜਪ 860 ਤੀਰਥ ਨਾਤਾ। ਆਪ ਜੀ ਫਰਮਾਉਂਦੇ ਨੇ ਕਿ ਮਾਘ ਦੇ ਮਹੀਨੇ ਵਿੱਚ ਜਿਸ ਨੇ ਪ੍ਰਮਾਤਮਾ ਜੀ ਦੇ ਨਾਮ ਨੂੰ ਜਪ ਕੇ ਉਸ ਪਰਮੇਸ਼ਵਰ ਦੇ ਨਾਮ ਰੂਪ ਮਹਾਨ ਰਸ ਨੂੰ ਪ੍ਰਾਪਤ ਕਰ ਲਿਆ, ਮੰਨ ਲਓ ਉਹਨੇ ਇੱਕ ਤੀਰਥ ਵਿੱਚ, ਤ੍ਰਿਵੇਣੀ ਵਿੱਚ, ਪਰਾਗ ਵਿੱਚ ਨਹੀਂ ਸਗੋਂ 88 ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ, ਜਿਸ ਨੇ ਪ੍ਰਭੂ ਦੇ ਨਾਮ ਸਿਮਰਨ ਵਿੱਚ ਟੁੱਬੀ ਲਗਾ ਲਈ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਆਪਣੀ ਪਵਿੱਤਰ ਮੁਬਾਰਕ ਰਸਨਾ ਦੁਆਰਾ ਇਹ ਬਚਨ ਉਚਾਰ ਕੇ ਅੱਜ ਦੇ ਦਿਨ ਪ੍ਰਤੀ ਸਮਝਾਉਣਾ ਕਰਦੇ ਨੇ ਕਿ ਸਾਨੂੰ ਬਾਹਰ ਮੁਖੀ ਭਟਕਣ ਦੀ ਜ਼ਰੂਰਤ ਨਹੀਂ, ਭਟਕਣਾ ਵਿੱਚ ਨਹੀਂ ਪੈਣਾ ਚਾਹੀਦਾ। ਸਾਨੂੰ ਕੇਵਲ ਤੇ ਕੇਵਲ ਆਪਣੇ ਅੰਦਰਲੇ ਤੀਰਥ ਦੀ ਪਹਿਚਾਣ ਕਰਨੀ ਚਾਹੀਦੀ ਹੈ। ਉਹ ਹੈ ਸ਼ੁਭ ਗੁਣਾ ਰੂਪ ਤੀਰਥ। ਵਾਹਿਗੁਰੂ ਜੀ ਦੇ ਚੰਗੇ ਸ਼ੁਭ ਜਿਹੜੇ ਗੁਣ ਨੇ ਉਹਨਾਂ ਨੂੰ ਮਨ ਵਿੱਚ ਵਸਾ ਲੈਣਾ, ਉਹਨਾਂ ਮੁਤਾਬਕ ਜੀਵਨ ਜਿਉਣਾ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਤੇ ਉਸ ਮਾਲਕ ਵਿੱਚ ਸੁਰਤ ਨੂੰ ਜੋੜ ਕੇ ਉਹਦੇ ਵਿੱਚ ਲੀਨ ਹੋ ਜਾਣਾ। ਇਸ ਕਰਮ ਦੇ ਕਰਨ ਨਾਲ ਸਾਰਿਆਂ 88 ਤੀਰਥਾਂ ਦੇ ਇਸ਼ਨਾਨ ਦਾ ਫਲ ਵੀ ਮਿਲੇਗਾ। ਸਾਰੇ ਪੁੰਨ ਦਾਨ ਤੇ ਕਿਰਿਆ ਕਰਮ ਆਦਿਕ ਕਰਮ ਇਹਦੇ ਵਿੱਚ ਹੀ ਆ ਜਾਣਗੇ। ਸੋ ਆਓ ਹੁਣ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਸਮਝਦੇ ਹਾਂ। ਆਪ ਜੀ ਫਰਮਾਉਂਦੇ ਨੇ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਦੋ ਸ਼ਬਦ ਨੇ, ਮੱਜਨ ਅਤੇ ਇਸ਼ਨਾਨ। ਸਾਧੂਆਂ ਦੀ ਸੰਗਤ ਵਿੱਚ ਮੱਜਨ ਕਰ ਅਤੇ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰ। ਸਾਨੂੰ ਇਸ ਤਰ੍ਹਾਂ ਗੁਰੂ ਜੀ ਦਾ ਇਹ ਸਬਕ ਹੈ, ਇਹ ਸਿੱਖਿਆ ਹੈ। ਅਸੀਂ ਕਿਵੇਂ ਮੱਜਨ ਕਰਨਾ ਹੈ ਸਾਧੂਆਂ ਦੀ ਸੰਗਤ ਵਿੱਚ ਤੇ ਕਿਵੇਂ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ, ਇਸ ਨੂੰ ਥੋੜਾ ਜਿਹਾ ਸਮਝਦੇ ਹਾਂ। ਵਿਦਵਾਨ ਇਸ ਤਰ੍ਹਾਂ ਲਿਖਦੇ ਨੇ ਕਿ ਜਿਹੜਾ ਮੱਜਨ ਹੁੰਦਾ ਹੈ ਇਹ ਹੁੰਦਾ ਹੈ ਪਾਣੀ ਦੇ ਵਿੱਚ ਉਤਰ ਜਾਣਾ, ਡੁਬਕੀ ਲਗਾਉਣਾ, ਟੁੱਬੀ ਲਗਾਉਣਾ। ਇਸ ਨੂੰ ਮੱਜਨ ਆਖਦੇ ਨੇ। ਜਿਵੇਂ ਕਿਸੇ ਤੀਰਥ ਵਿੱਚ, ਕਿਸੇ ਸਰੋਵਰ ਵਿੱਚ, ਕਿਸੇ ਨਦੀ ਨਾਲੇ ਵਿੱਚ ਥੱਲੇ ਉਤਰ ਕੇ ਪਾਣੀ ਵਿੱਚ ਡੁਬਕੀ ਲਗਾ ਕੇ ਨਹਾਉਣਾ, ਇਸ ਨੂੰ ਮੱਜਨ ਆਖਦੇ ਨੇ। ਤੇ ਆਪਣੇ ਉੱਤੇ ਪਾਣੀ ਚੁੱਕ ਕੇ ਸੁੱਟ ਲੈਣਾ, ਉਸ ਨੂੰ ਇਸ਼ਨਾਨ ਕਰਨਾ ਆਖਦੇ ਨੇ। ਭਾਵ ਜੇ ਸਾਡੇ ਉੱਤੇ ਉੱਤੋਂ ਪਾਣੀ ਪੈ ਰਿਹਾ ਸਾਡੇ ਸਰੀਰ ਤੇ ਅਸੀਂ ਇਸ਼ਨਾਨ ਕਰ ਰਹੇ ਹਾਂ, ਜੇ ਅਸੀਂ ਸਰੀਰ ਨੂੰ ਪਾਣੀ ਦੇ ਵਿੱਚ ਲੈ ਗਏ ਹਾਂ ਡੁਬਕੀ ਦੇ ਰੂਪ ਵਿੱਚ, ਤੇ ਅਸੀਂ ਮੱਜਨ ਕਰ ਰਹੇ ਹਾਂ। ਸੋ ਮਾਘ ਮੱਜਨ ਸੰਗ ਸਾਧੂਆਂ। ਅੱਜ ਇਸ ਸੰਗਤ ਵਿੱਚ ਆਪਾਂ ਹੁਣ ਬੈਠੇ ਹਾਂ, ਇਹ ਸਾਧੂਆਂ ਦੀ ਸੰਗਤ ਹੈ। ਇੱਥੇ ਸਾਡੇ ਕੋਲ 35 ਮਹਾਂਪੁਰਸ਼ ਸਾਧੂ ਰੂਪ ਵਿੱਚ, ਗੁਰੂ ਰੂਪ ਵਿੱਚ ਮੌਜੂਦ ਨੇ। ਉਹਨਾਂ ਦੀ ਵਿਚਾਰਧਾਰਾ ਸਾਡੇ ਕੋਲ ਮੌਜੂਦ ਹੈ, ਉਹਨਾਂ ਦੀ ਸੋਚ ਸਮਝ, ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਸਾਡੇ ਕੋਲ ਨੇ, ਤੇ ਉਹ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਮੱਜਨ ਕਰਨਾ, ਡੁਬਕੀ ਲਗਾਣੀ, ਭਾਵ ਆਪਣੇ ਆਪੇ ਨੂੰ ਵਿੱਚ ਲੀਨ ਕਰ ਦੇਣਾ, ਇਸ ਨੂੰ ਸਾਧੂਆਂ ਦੀ ਸੰਗਤ ਵਿੱਚ ਮੱਜਨ ਕਰਨਾ ਆਖਦੇ ਨੇ। ਧੂੜੀ ਕਰ ਇਸ਼ਨਾਨ ਤੋਂ ਮਤਲਬ ਹੈ ਨਿਮਰਤਾ ਦੇ ਧਾਰਨੀ ਹੋਣਾ। ਜਦੋਂ ਅਸੀਂ ਇਸ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਸਿੱਖਦੇ ਹਾਂ, ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਅਪਣਾਉਂਦੇ ਹਾਂ, ਸੁਰਤ ਦੁਆਰਾ ਪ੍ਰਭੂ ਦੇ ਸ਼ਬਦ ਵਿੱਚ, ਪ੍ਰਭੂ ਦੀ ਭਗਤੀ ਵਿੱਚ ਲੀਨ ਹੁੰਦੇ ਹਾਂ, ਤੇ ਫਿਰ ਅਸੀਂ ਜ਼ਿੰਦਗੀ ਵਿੱਚ ਬਾਹਰ ਵਿਚਰਦੇ ਹਾਂ, ਨਿਮਰਤਾ ਵਿੱਚ ਰਹਿੰਦੇ ਹਾਂ, ਤੇ ਸਾਡੇ ਇਹ ਦੋ ਕਰਮ ਪੂਰੇ ਹੋ ਜਾਂਦੇ ਨੇ। ਨਿਮਰਤਾ ਵਿੱਚ ਰਹਿਣ ਤੋਂ ਭਾਵ ਹੁੰਦਾ ਹੈ ਹਉਮੈ ਦਾ ਤਿਆਗ ਕਰਨਾ। ਸਾਡੇ ਸਭਨਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਉਮੈ ਪਾਈ ਜਾਂਦੀ ਹੈ ਔਰ ਨਿਮਰਤਾ ਵੀ ਪਾਈ ਜਾਂਦੀ ਹੈ। ਬਸ ਗੱਲ ਇੰਨੀ ਕੀ ਹੈ ਕਿ ਕਿਸੇ ਵਿੱਚ ਹਉਮੈ ਦੀ ਮਾਤਰਾ ਵਧੇਰੇ ਹੈ, ਕਿਸੇ ਵਿੱਚ ਨਿਮਰਤਾ ਦੀ ਮਾਤਰਾ ਵਧੇਰੇ ਹੈ। ਇਹ ਦੋਵੇਂ ਹੀ ਚੀਜ਼ਾਂ ਆਪਣੇ ਸਭਨਾਂ ਵਿੱਚ ਮੌਜੂਦ ਨੇ।
ਪਰ ਗੁਰੂ ਸਾਹਿਬ ਜੀ ਦਾ ਮਤ ਏ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਹਉਮੈ ਜ਼ਿਆਦਾ ਮਾਤਰਾ ਕਰਕੇ ਆ, ਉਸ ਨੂੰ ਚਾਹੀਦਾ ਇਸ ਨੂੰ ਘੱਟ ਕਰੇ। ਹੌਲੀ ਹੌਲੀ ਨਿਮਰਤਾ ਦਾ ਧਾਰਨੀ ਹੋਵੇ, ਹਉਮੈ ਦਾ ਤਿਆਗ ਕਰੇ। ਇਸ ਨੂੰ ਧੂੜੀ ਵਿੱਚ ਇਸ਼ਨਾਨ ਕਰਨਾ ਆਖਦੇ ਨੇ। ਸੋ ਇਹ ਦੋ ਚੀਜ਼ਾਂ ਬੜੀਆਂ ਸਪਸ਼ਟ ਹੋ ਗਈਆਂ ਕਿ ਸੰਗਤ ਵਿੱਚ ਬੈਠਿਆਂ ਮਨ ਦੀ ਭਟਕਣਾ ਨੂੰ ਰੋਕਣਾ ਹੈ। ਮਨ ਬਾਹਰ ਦੌੜੇ ਨਾ, ਆਪਣੇ ਕੰਮਾਂ ਧੰਦਿਆਂ 'ਚ ਨਾ ਜਾਏ, ਹੋਰ ਫੁਰਨੇ ਨਾ ਫੁਰਨ। ਜੋ ਗਾਇਆ ਜਾ ਰਿਹਾ ਹੈ, ਜੋ ਬੋਲਿਆ ਜਾ ਰਿਹਾ ਹੈ, ਜੋ ਪੜ੍ਹਿਆ ਜਾ ਰਿਹਾ ਹੈ, ਉਹਦੇ ਵਿੱਚ ਸਾਡਾ ਧਿਆਨ ਪੂਰਨ ਤੌਰ ਤੇ ਜੁੜਿਆ ਰਹੇ। ਔਰ ਅਸੀਂ ਬਹੁਤ ਵਾਰੀ ਸਾਧ ਸੰਗਤ ਵਿੱਚ ਅੱਖਾਂ ਖੋਲ ਕੇ ਬੈਠਦੇ ਹਾਂ, ਕੋਈ ਹਰਜ ਨਹੀਂ, ਪਰ ਅਸੀਂ ਜ਼ਿਆਦਾਤਰ ਫਿਰ ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਕੁਝ ਇਸ ਤਰ੍ਹਾਂ ਦੀ ਸਾਡੀ ਭਾਵਨਾ ਉਹਨਾਂ ਨੂੰ ਵੇਖ ਕੇ ਬਣੀ ਰਹਿੰਦੀ ਹੈ। ਉਸ ਦਾ ਜ਼ਰੂਰ ਤਿਆਗ ਕਰਨਾ ਚਾਹੀਦਾ ਹੈ। ਕਈ ਵਾਰੀ ਸੰਗਤ ਵਿੱਚ ਆ ਕੇ ਬੱਚੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹ ਦੌੜਨਾ ਭੱਜਣਾ ਸ਼ੁਰੂ ਕਰ ਦਿੰਦੇ ਨੇ, ਜਾਂ ਉਹ ਗੱਲਬਾਤ ਜਾਂ ਹੱਸਣਾ ਸ਼ੁਰੂ ਕਰ ਦਿੰਦੇ ਨੇ। ਸਾਡੀ ਸੁਰਤ ਦਾ ਉਸ ਵਕਤ ਵੀ ਖਿੰਡਾ ਬਣ ਜਾਂਦਾ ਹੈ। ਸਾਨੂੰ ਉਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਬਣੇ ਕਿਸੇ ਵੇਲੇ ਤੇ ਅਸੀਂ ਉਸ ਦੇ ਉੱਤੇ ਕਾਬੂ ਪਾਈਏ, ਭਾਵ ਬੱਚੇ ਨੂੰ ਫੜੀਏ ਤੇ ਇੱਕਦਮ ਉਸ ਨੂੰ ਬਾਹਰ ਲੈ ਜਾਈਏ, ਤਾਂ ਕਿ ਸਾਰੀ ਸੰਗਤ ਦਾ ਜੋ ਵਿਚਾਰ ਹੈ, ਜੋ ਸੁਰਤ ਹੈ, ਜੋ ਧਿਆਨ ਹੈ, ਉਹ ਨਾ ਟੁੱਟੇ। ਸੋ ਜੋ ਬੋਲਿਆ ਜਾ ਰਿਹਾ, ਜੋ ਗਾਇਆ ਜਾ ਰਿਹਾ, ਜੋ ਪੜ੍ਹਿਆ ਜਾ ਰਿਹਾ, ਪੂਰਨ ਤੌਰ ਤੇ ਸਾਡਾ ਮਨ ਉਹਦੇ ਵਿੱਚ ਜੁੜਿਆ ਰਹੇ। ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਉਹਨਾਂ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਕੇ ਲੋਕ ਬ੍ਰਾਹਮਣ ਆਦਿਕ ਨੂੰ, ਜਾਂ ਜਿਹੜੇ ਉੱਥੇ ਲੋਕ ਗਰੀਬ ਲੋਕ ਮੰਗਦੇ ਫਿਰਦੇ ਹੁੰਦੇ ਨੇ, ਉਹਨਾਂ ਨੂੰ ਕੁਝ ਨਾ ਕੁਝ ਆਪਣੇ ਕੋਲੋਂ ਦੇਣਾ ਦਾਨ ਸਮਝਦੇ ਨੇ, ਤੇ ਉਹ ਆਪਣੇ ਆਪ ਵਿੱਚ ਦਾਤੇ ਬਣ ਜਾਂਦੇ ਨੇ ਤੇ ਲੈਣ ਵਾਲਾ ਗਰੀਬ ਭਿਖਾਰੀ ਬਣ ਜਾਂਦਾ ਹੈ। ਇਹ ਫਰਕ ਹੈ ਦਾਨ ਵਿੱਚ ਤੇ ਸੇਵਾ ਵਿੱਚ। ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ, ਇਹ ਨਹੀਂ ਸਮਝਦੇ ਕਿ ਮੈਂ ਗਰੀਬ ਦੀ ਸੇਵਾ ਕਰਦਾ ਜਾਂ ਮੈਂ ਅਮੀਰ ਦੀ ਸੇਵਾ ਕਰਦਾ, ਕਿਉਂਕਿ ਸੇਵਾ ਦੀ ਲੋੜ ਤੇ ਅਮੀਰ ਨੂੰ ਵੀ ਪੈਂਦੀ ਹੈ। ਦਾਨ ਦੀ ਜ਼ਰੂਰਤ ਕੇਵਲ ਗਰੀਬ ਨੂੰ ਹੈ, ਪਰ ਸੇਵਾ ਦੀ ਜ਼ਰੂਰਤ ਅਮੀਰ ਨੂੰ ਵੀ ਪੈਂਦੀ ਹੈ, ਭਾਵੇਂ ਕੋਈ ਸ਼ਹਿਨशाह ਕਿਉਂ ਨਾ ਹੋਵੇ। ਜਦੋਂ ਵਡੇਰੀ ਉਮਰ ਵਿੱਚ ਹੋਏਗਾ, ਉਸ ਨੂੰ ਸੇਵਾ ਦੀ ਲੋੜ ਹੋਏਗੀ। ਈਵਨ ਜਵਾਨੀ ਉਮਰ ਵਿੱਚ ਵੀ ਲੋੜ ਸਾਨੂੰ ਪੈਂਦੀ ਹੈ। ਸੋ ਸੇਵਾ ਅਸੀਂ ਜਦੋਂ ਕਰਦੇ ਹਾਂ ਤੇ ਸਾਨੂੰ ਗੁਰਮਤਿ ਵਿੱਚ ਇਹ ਗੱਲ ਸਮਝਾਈ ਜਾਂਦੀ ਹੈ ਕਿ ਤੁਸੀਂ ਕਿਸੇ ਦੀ ਵੀ ਸੇਵਾ ਕਰੋ, ਇਹ ਜਾਣ ਕੇ ਨਾ ਕਰੋ ਕਿ ਮੈਂ ਫਲਾਂ ਵਿਅਕਤੀ ਦੀ ਸੇਵਾ ਕਰ ਰਿਹਾ, ਸਗੋਂ ਇਹ ਧਿਆਨ ਵਿੱਚ ਰੱਖ ਕੇ ਸੇਵਾ ਕਰੋ ਕਿ ਜਿਸ ਦੀ ਮੈਂ ਸੇਵਾ ਕਰ ਰਿਹਾ, ਪ੍ਰਭੂ ਦੀ ਜੋਤ ਉਹਦੇ ਵਿੱਚ ਸਮਾਈ ਹੋਈ ਏ, ਤੇ ਮੈਂ ਇਸ ਦੇ ਰਾਹੀਂ ਉਸ ਪਰਮ ਪਵਿੱਤਰ ਪਰਮਾਤਮਾ ਦੀ ਸੇਵਾ ਵਿੱਚ ਜੁਟਿਆ ਹੋਇਆ। ਮੈਂ ਇਸ ਦੇ ਰਾਹੀਂ ਪਰਮਾਤਮਾ ਦੀ ਸੇਵਾ ਵਿੱਚ ਲੀਨ ਹੋਣਾ। ਸੋ ਸੇਵਾ ਵਿੱਚ ਤੇ ਦਾਨ ਵਿੱਚ ਇਹ ਵੱਡਾ ਅੰਤਰ ਹੈ। ਦਾਨ ਦੇਣ ਵਾਲਾ ਦਾਤਾ ਕਹਿਲਾਉਂਦਾ ਹੈ, ਲੈਣ ਵਾਲਾ ਗਰੀਬ ਕੰਗਾਲ ਕਹਿਲਾਉਂਦਾ ਹੈ। ਪਰ ਸੇਵਾ ਅਮੀਰ ਵੀ ਕਰ ਸਕਦਾ ਹੈ, ਗਰੀਬ ਵੀ ਕਰ ਸਕਦਾ ਹੈ। ਸੇਵਾ ਅਮੀਰ ਦੀ ਵੀ ਕੀਤੀ ਜਾ ਸਕਦੀ ਏ, ਗਰੀਬ ਦੀ ਵੀ ਕੀਤੀ ਜਾ ਸਕਦੀ ਏ। ਉਹਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਭਿੰਨ ਭੇਦ ਨਹੀਂ ਪੈਂਦਾ। ਪਰ ਸਤਿਗੁਰੂ ਜੀ ਸਾਨੂੰ ਇਸ ਦਾਨ ਦੀ ਰਸਮ ਤੋਂ ਉੱਚਾ ਚੁੱਕਣਾ ਚਾਹੁੰਦੇ ਨੇ, ਤੇ ਉਹ ਕਹਿੰਦੇ ਨੇ ਕਿ ਇਹ ਲੋਕ ਉੱਥੇ ਉਹਨਾਂ ਬ੍ਰਾਹਮਣਾਂ ਨੂੰ, ਗਰੀਬ ਲੋਕਾਂ ਨੂੰ ਕੁਝ ਪੈਸੇ ਦੇ ਕੇ, ਕਿਸੇ ਨੂੰ ਕੋਈ ਭੋਜਨ ਆਦਿਕ ਦੇ ਕੇ ਆਪਣੇ ਆਪ ਨੂੰ ਦਾਤਾ ਹੋਣਾ ਮੰਨ ਲੈਂਦੇ ਨੇ। ਪਰ ਅਸਲ ਵਿੱਚ ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਪਰਮਾਤਮਾ ਦਾ ਨਾਮ ਆਪ ਧਿਆ, ਆਪ ਉਸ ਦਾ ਸਿਮਰਨ ਕਰ, ਉਸ ਮਾਲਕ ਦੀਆਂ ਸਿਫਤਾਂ ਵਾਲੀ ਬਾਣੀ ਸੁਣ, ਤੇ ਇਸ ਬਾਣੀ ਨੂੰ ਸੁਣ ਕੇ, ਨਾਮ ਨੂੰ ਧਿਆ ਕੇ ਬਾਕੀਆਂ ਨੂੰ ਵੀ ਪ੍ਰੇਰਨਾ ਕਰਕੇ, ਭਾਈ ਤੁਸੀਂ ਵੀ ਨਾਮ ਨਾਲ ਜੁੜੋ, ਤੁਸੀਂ ਵੀ ਪਵਿੱਤਰ ਮਹਾਂਪੁਰਸ਼ਾਂ ਦੇ ਬਚਨਾਂ ਨਾਲ ਜੁੜੋ। ਇਹੋ ਹੀ ਦਾਨ ਸਭ ਤੋਂ ਵਧੀਆ ਦਾਨ ਹੈ।
ਔਰ ਸਿੱਖੀ ਵਿੱਚ ਤੇ ਇਸ ਤਰ੍ਹਾਂ ਵੀ ਆਖਿਆ ਜਾਂਦਾ ਹੈ ਕਿ ਕਿਸੇ ਮੰਗਣ ਵਾਲੇ ਨੂੰ ਰੁਪਈਆ ਪੈਸਾ ਜਾਂ ਕੋਈ ਕੱਪੜਾ ਲੀੜਾ ਦੇਣ ਦੀ ਬਜਾਏ ਉਸ ਨੂੰ ਕਿਸੇ ਕੰਮ ਦੇ ਯੋਗ ਬਣਾ ਦਿਓ, ਤਾਂ ਕਿ ਉਹਦੀ ਮੰਗਣ ਵਾਲੀ ਵਿਵਸਥਾ ਹੀ ਖਤਮ ਹੋ ਜਾਏ ਤੇ ਉਹਦੇ ਵਿੱਚ ਐਸੀ ਯੋਗਤਾ ਪੈਦਾ ਹੋ ਜਾਏ ਕਿ ਉਹ ਧਰਮ ਦੀ ਕਿਰਤ ਕਰਕੇ ਕਮਾ ਕੇ ਸਾਰੀ ਜ਼ਿੰਦਗੀ ਆਪ ਤੇ ਆਪਣੇ ਪਰਿਵਾਰ ਦਾ ਨਿਰਵਾਹ ਕਰ ਸਕੇ। ਸੋ ਸਭ ਤੋਂ ਵੱਡਾ ਦਾਨ ਹੈ ਕਿਸੇ ਨੂੰ ਵਿੱਦਿਆ ਦੇਣਾ, ਕਿਸੇ ਨੂੰ ਕੋਈ ਹੁਨਰ ਸਿਖਾ ਦੇਣਾ, ਕਿਸੇ ਨੂੰ ਕੋਈ ਕੰਮ ਕਰਨ ਦੀ ਯੋਗਤਾ ਸਿਖਾ ਦੇਣਾ। ਜੇ ਤੁਹਾਨੂੰ ਕਦੀ ਕੋਈ ਇਹੋ ਜਿਹਾ ਮਨੁੱਖ ਮਿਲੇ ਤੇ ਯਤਨ ਕਰਨਾ, ਉਹਦੇ ਨਾਲ ਗੱਲਬਾਤ ਕਰਕੇ, ਲੈ ਭਾਈ ਮੈਂ ਤੈਨੂੰ ਕਿਸੇ ਕੰਮ ਦੇ ਯੋਗ ਬਣਾਵਾਂ, ਕੋਲੋਂ ਪੈਸੇ ਲਾ ਕੇ ਉਹਨੂੰ ਕੰਮ ਕਰਨ ਵਿੱਚ ਕੋਈ ਸਹਾਇਤਾ ਕਰੋ ਤਾਂ ਕਿ ਉਹ ਸਾਰੀ ਜ਼ਿੰਦਗੀ ਕਮਾ ਕੇ ਖਾ ਸਕੇ। ਇੱਕ ਵਕਤ ਦੇ ਦਿੱਤੇ 2-4 ਆਨੇ ਉਹਦਾ ਕੀ ਸਵਾਰ ਦੇਣਗੇ, ਇੱਕ ਵਕਤ ਦੀ ਰੋਟੀ ਖਾ ਲਏਗਾ ਤੇ ਕੀ ਹੋਏਗਾ, ਅਗਲਾ ਵਕਤ ਫਿਰ ਉਹਨੂੰ ਮੰਗਣਾ ਪਏਗਾ। ਸੋ ਸੇਵਾ ਤੇ ਦਾਨ, ਇਹਦੇ ਵਿੱਚ ਜਿਹੜਾ ਫਰਕ ਆਪਾਂ ਸਮਝ ਲਿਆ। ਸਾਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਪ੍ਰਭੂ ਦਾ ਨਾਮ ਆਪ ਜਪਣਾ ਚਾਹੀਦਾ ਹੈ, ਦੂਜਿਆਂ ਨੂੰ ਜਪਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਹੋ ਹੀ ਦਾਨ ਭਲਾ ਦਾਨ ਹੈ। ਜਿਹੜੇ ਮਨੁੱਖੇ ਦਾਨ ਕਰਦੇ ਨੇ ਉਹਨਾਂ ਨੂੰ ਫਿਰ ਹੋਰ ਕਿਸੇ ਦਾਨ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਅਗਲਾ ਬਚਨ, ਇਸ ਤਰ੍ਹਾਂ ਕਰਨ ਦੇ ਨਾਲ, ਸਾਧੂਆਂ ਦੀ ਸੰਗਤ ਕਰਨ ਦੇ ਨਾਲ, ਇੱਥੇ ਬੈਠ ਕੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਜੋ ਮਹਾਂਪੁਰਸ਼ਾਂ ਗੁਰੂ ਜਨਾਂ ਰਾਹੀਂ ਸਾਡੇ ਤੱਕ ਪਹੁੰਚੀਆਂ ਨੇ, ਉਹਨਾਂ ਨੂੰ ਮਨ ਵਿੱਚ ਵਸਾਉਣ ਨਾਲ, ਪ੍ਰਭੂ ਦਾ ਨਾਮ ਜਪਣ ਨਾਲ ਕੀ ਹੁੰਦਾ ਹੈ? ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਇੱਥੇ 2 ਚੀਜ਼ਾਂ ਆ ਗਈਆਂ, ਜਨਮ ਅਤੇ ਕਰਮ। ਅਸੀਂ ਕਰਮ ਕਦੋਂ ਕਰਦੇ ਹਾਂ? ਜਦੋਂ ਸਾਨੂੰ ਜਨਮ ਮਿਲਦਾ ਹੈ। ਤੇ ਜਨਮ ਸਾਨੂੰ ਅੱਜ ਕੋਈ ਪਹਿਲੀ ਵਾਰੀ ਨਹੀਂ ਮਿਲਿਆ। ਗੁਰੂ ਸਾਹਿਬ ਨੇ ਦੱਸਿਆ ਬਹੁਤ ਜਨਮ ਭਏ ਕੀਟ ਪਤੰਗਾ। ਅਸੀਂ ਲੰਮੇ ਅਰਸੇ ਤੋਂ ਇਸ 84 ਲੱਖ ਜੂਨੀ ਵਿੱਚ ਚੱਲਦੇ ਚੱਲਦੇ ਆ ਰਹੇ ਹਾਂ। ਕਿਹੋ ਜਿਹੇ ਕਰਮ ਕਰਦੇ ਰਹੇ ਹਾਂ ਆਪਾਂ ਨੂੰ ਤੇ ਨਹੀਂ ਪਤਾ, ਪਰ ਉਸ ਮਾਲਕ ਨੂੰ ਸਾਰਾ ਹੀ ਪਤਾ ਹੈ। ਉਸ ਤੋਂ ਕੁਝ ਗੁੱਝਾ, ਕੁਝ ਛੁਪਿਆ ਹੋਇਆ ਨਹੀਂ। ਸੋ ਜੋ ਵੀ ਅਸੀਂ ਜਨਮਾਂ ਜਨਮਾਂਤਰਾਂ ਵਿੱਚ ਕਰਮ ਕਰਦੇ ਆਏ ਹਾਂ, ਉਹਨਾਂ ਜਨਮਾਂ ਜਨਮਾਂਤਰਾਂ ਦੇ ਕਰਮਾਂ ਦੀ ਜਿਹੜੀ ਵਿਕਾਰਾਂ ਕਰਕੇ ਮੈਲ ਸਾਡੇ ਮਨ ਨੂੰ ਲੱਗੀ ਹੁੰਦੀ ਏ, ਉਹ ਪ੍ਰਭੂ ਦਾ ਨਾਮ ਜਪਣ ਨਾਲ, ਸਾਧੂਆਂ ਦੀ ਸੰਗਤ ਕਰਨ ਨਾਲ ਮਨ ਤੋਂ ਉਤਰ ਜਾਂਦੀ ਏ। ਅਤੇ ਸਭ ਤੋਂ ਵੱਡੀ ਮੈਲ ਹੈ ਹਉਮੈ, ਜਿਸ ਨੂੰ ਇੱਥੇ ਗੁਮਾਨ ਲਿਖਿਆ ਹੈ। ਮਨ ਤੇ ਜਾਏ ਗੁਮਾਨ, ਇਹ ਅਹਮ ਭਾਵ ਵੀ ਮਨ ਤੋਂ ਸਾਫ਼ ਹੋ ਜਾਂਦਾ ਹੈ, ਇਹ ਵੀ ਚਲਾ ਜਾਂਦਾ ਹੈ, ਬੰਦਾ ਨਿਮਰਤਾ ਦਾ ਧਾਰਨੀ ਹੋ ਜਾਂਦਾ ਹੈ। ਸੋ ਪਰਮੇਸ਼ਵਰ ਦਾ ਨਾਮ ਜਪਣ ਨਾਲ, ਸਾਧੂ ਸੰਗਤ ਕਰਨ ਨਾਲ ਨਿਮਰਤਾ ਆ ਜਾਂਦੀ ਏ, ਹਉਮੈ ਚਲੀ ਜਾਂਦੀ ਏ ਤੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੇ ਵਿਕਾਰਾਂ ਦੀ ਮੈਲ ਲੱਥ ਜਾਂਦੀ ਏ, ਮਨ ਸ਼ੁੱਧ ਸਵਰੂਪ ਹੋ ਜਾਂਦਾ ਹੈ। ਇੱਥੇ ਜਾ ਕੇ ਫਿਰ ਜਦੋਂ ਮਨ ਸ਼ੁੱਧ ਹੁੰਦਾ ਹੈ, ਸ਼ੁੱਧ ਹੋਇਆ ਮਨ ਆਪਣੇ ਆਤਮ ਨੂੰ ਪਹਿਚਾਨਣ ਦੇ ਯੋਗ ਹੋ ਜਾਂਦਾ ਹੈ। ਅਸਲ ਵਿੱਚ ਹੁਣ ਅਸੀਂ ਸਾਰੇ ਲੋਕ ਯਤਨ ਤੇ ਕਰ ਹੀ ਰਹੇ ਹਾਂ ਕਿ ਅਸੀਂ ਆਪਣੇ ਆਪੇ ਨੂੰ ਪਹਿਚਾਨ ਪਾਈਏ, ਨਾਮ ਜਪੀਏ, ਸੇਵਾ ਕਰੀਏ, ਬਾਣੀ ਪੜ੍ਹੀਏ, ਹੋਰ ਚੰਗੇ ਕਰਮ ਕਮਾਈਏ। ਪਰ ਅਸਲ ਵਿੱਚ ਜਿੰਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ, ਇਸੇ ਲਈ ਗੁਰੂ ਜੀ ਨੇ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਆਖਿਆ। ਜਿਹੜਾ ਅਸੀਂ ਬਾਹਰਲਾ ਇਸ਼ਨਾਨ ਕਰਦੇ ਹਾਂ, ਉਹਦੇ ਨਾਲ ਸਾਡਾ ਤਨ ਸ਼ੁੱਧ ਹੁੰਦਾ ਹੈ ਤੇ ਇਸ ਬਾਣੀ ਤੇ ਸੰਗਤ ਦੇ ਵਿੱਚ ਟੁੱਬੀ ਲਾਉਣ ਦੇ ਨਾਲ ਸਾਡਾ ਅੰਦਰਲਾ ਸ਼ੁੱਧ ਹੁੰਦਾ ਹੈ। ਜਦੋਂ ਸਾਡਾ ਮਨ ਸ਼ੁੱਧ ਹੋਏਗਾ, ਸ਼ੁੱਧ ਹੋਇਆ ਮਨ ਆਤਮ ਦੀ ਪਹਿਚਾਨ ਕਰਨ ਦੇ ਯੋਗ ਹੋਏਗਾ। ਜਿੰਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਆਤਮ ਦੀ ਪਹਿਚਾਨ ਹਰਗਿਜ਼ ਨਹੀਂ ਕਰ ਪਾਵਾਂਗੇ, ਭਾਵੇਂ ਕੁਝ ਵੀ ਕਰਮ ਕਾਂਡ ਕਰਦੇ ਰਹੀਏ। ਇਹਨੂੰ ਅਸੀਂ ਇੱਕ ਉਦਾਹਰਨ ਨਾਲ ਸਮਝ ਸਕਦੇ ਹਾਂ। ਮਨ ਸਾਡਾ ਸ਼ੀਸ਼ੇ ਦੀ ਨਿਆਈ ਹੈ। ਇਸ ਸ਼ੀਸ਼ੇ, ਮਨ ਰੂਪ ਸ਼ੀਸ਼ੇ ਵਿੱਚੋਂ ਅਸੀਂ ਆਤਮ ਨੂੰ ਦੇਖਣਾ ਹੈ, ਆਪਣੇ ਆਪੇ ਨੂੰ ਵੇਖਣਾ ਹੈ।
जे दीवार ते लगा होया शीशा जिस विचों असी अपना चेहरा वेखना चाहते हां, जे ओदे उत्ते गोडे गोडे मैल जम्मी होवे साडा चेहरा नजर नहीं आएगा। भावें असी जिन्ने मर्जी नहा धो के साफ सुथरे हो के ओदे सामने खड़े हो जाइए, वो चेहरा नहीं दर्शा पाएगा, क्योंकि मैल साडे तन ते नहीं, मैल शीशे उत्ते लगी हुई है। बिल्कुल इसे तरह असी बाहरों धोई जाने अपने आपे नूं, पर असी अपना मन रूप शीशा नहीं साफ करते। जिस दिन कोई व्यक्ति गुरु जी दी बाणी द्वारा नाम सिमरन द्वारा अपने मन रूप शीशे नूं साफ करेगा, ते जिवें ओनू साफ करिया शीशे नूं अपना चेहरा नजर आउंदा है, इसे तरह मन विचों आत्म दे दर्शन होने सह सुभाए हो जाणगे। सो जरूरत की है? आत्मा नूं वेखण दी जरूरत नहीं, मन नूं शुद्ध करन दी जरूरत है। जिद्दन साफ होया शीशा आपे ही नजर आ जाना, फिर वेखण दी लोड़ थोड़ी है। कोई ये थोड़ा करन दी लोड़ है कि मैं दिसांगा कि नहीं दिसांगा, वेख्या जा सकेगा कि नहीं वेख्या जा सकेगा। शीशे नूं साफ करो, बस इन्नी की गल है। मन नूं शुद्ध करना है। मन नूं शुद्ध की करना है? साडे मन विच लोकां प्रति नफरत, वैर भावना, निंदिया, ईरखा, साड़ा इत्यादि बहुत सारियां चीजां, हौमे जाए गुमान जिहड़ा है, ये भी साडे अंदर, ये सारी विकारां दी मैल साडे मन उत्ते जम्मी हुई है। ये सानू आत्म दे दर्शन नहीं करन देंदी। बस इस नूं साफ करिए। भरिए मत पापां कै संग, ओ धोपै नावै कै रंग। प्रभु दे नाम विच जुड़न नाल होर की हुंदा है। गुरु अर्जन देव साहब फरमाउंदे ने, काम क्रोध ना मोहिए, बिनसै लोभ सुआन। काम विच ते क्रोध विच फिर मोहे नहीं जाईदा, भाव फसीदा नहीं। प्रोफैसर साहब सिंह इस मोहे जान नूं आखदे ने फसीदा नहीं। असी काम विच फसदे हां, असी क्रोध विच फसदे हां, असी मोह विच फसदे हां, असी लोभ ते अहंकार विच फसदे हां, और किसे ना किसे रूप विच असी हर वक्त फसे रहने हां। ना पंजां विचों कोई ना कोई कड़िकी साडे ते पई रहिंदी है ते असी ओदे विच फसे ही रहिंदे हां। पर जे उत्ते दसे कर्म कर लए जाण जो गुरु अर्जन देव ते गुरु नानक साहब ने सानू अज समझाए ने, फिर वो आखदे ने भी काम विच क्रोध विच बंदा फसदा नहीं, ते जिहड़ा अंदर लोभ रूप सुआन मैंने कुत्ता जिहड़ा हर वक्त सानू शांति नाल बहन नहीं देंदा। जे साडे बूहे ते कुत्ता भौंकदा ही रवे हर घड़ी, रात सोना भी साडा वो परेशान कर देवेगा, रोटी पानी खाना परेशान कर देवेगा, असी परिवार विच कोई गल नहीं कर पावांगे। इन्नी परेशानी खड़ी हो जाएगी कि कुत्ता बूहे ते भौंकी जा रहा, वो बंद ही नहीं हो रहा। ये लोभ एक कुत्ते दी तरह है जिहड़ा साडे अंदरों हर वक्त भौंकदा है। ते फिर किवें साडा मन जुड़ेगा, किवें असीं शब्द नाल सांझ पावांगे, किवें गुरु दी सिੱਖਿਆ अंदर जाएगी। ये ते सुनन ही कुछ नहीं देंदा, इन्नी जोर ना भौंकदा। पर गुरु साहब आखदे ने, फिक्र ना करना, निराश ना होना, तुसीं नाम जपो, सिमरन करो, साधुआं दी संगत करो। जिथे काम क्रोध आदि विकारां विच तुसीं नहीं फसोगे, उथे ये लोभ रूप कुत्ता भी भौंकना बंद हो जाएगा, ये भी बिनस जाएगा। फिर अगला बचन सतगुरु जी दा, जे कोई मनुख अपने मनों लोभ रूप कुत्ते नूं भौंकना बंद कर लवे, काम विच क्रोध विच लोभ मोह विच ना फसे, ते ये जिहड़ा एक रस्ता उहदी जिंदगी दा बन जाएगा। इस नूं सच्चा मार्ग गुरु जी आखदे ने। जदों असीं विकारां विच ग्रस के खचत हो के जीवन पंध ते तुरदे हां, ते ये सच दा मार्ग नहीं हुंदा, ये झूठ दा मार्ग हुंदा है। सच दा मार्ग उदों बनना है, मार्ग इहो ही रहना। जीवन पंध की है, साडे सवास चल रहे ने, असीं रस्ते ते तुरे जा रहे हां। भावें असीं बैठे हां, किसी दे सवास थोड़ी रुके ने, सवास ते सबना दे चल रहे ने। ते सवासां दा चलना ही जीवन पंध ते चलना है, जीवन मार्ग ते चलना है। सो हुण वेखना है कि ये साडी डायरैक्शन किधर नूं है।
ਸਵਾਸ ਸਾਡੇ ਚੱਲ ਰਹੇ ਨੇ, ਸਾਡਾ ਮਨ, ਸਾਡੀ ਬੁੱਧੀ, ਸਾਡੇ ਕਰਮ ਸਾਨੂੰ ਕਿਸ ਪਾਸੇ ਨੂੰ ਲਿਜਾ ਰਹੇ ਨੇ। ਜੇ ਸਹੀ ਦਿਸ਼ਾ ਵਿੱਚ ਨੇ, ਇਹਨਾਂ ਵਿਕਾਰਾਂ ਤੋਂ ਬਚੇ ਹੋਏ ਨੇ ਤੇ ਅਸੀਂ ਸੱਚੇ ਰਸਤੇ ਤੇ ਚੱਲ ਰਹੇ ਹਾਂ। ਜੇ ਅਸੀਂ ਇਹਨਾਂ ਵਿੱਚ ਫਸੇ ਹੋਏ ਹਾਂ ਤੇ ਅਸੀਂ ਕੁਰਾਏ ਪਏ ਹੋਏ ਹਾਂ। ਸੋ ਇੰਨੀ ਕੁ ਗੱਲ ਧਿਆਨ ਵਿੱਚ ਰੱਖਣ ਯੋਗ ਏ। ਸੱਚੇ ਮਾਰਗ ਚੱਲਦਿਆਂ ਜਦੋਂ ਕੋਈ ਮਨੁੱਖ ਇਹਨਾਂ ਵਿਕਾਰਾਂ ਤੋਂ ਬਚ ਜਾਂਦਾ ਹੈ, ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ, ਉਹਦਾ ਜੀਵਨ ਹੁਣ ਸੱਚੇ ਮਾਰਗ ਤੇ, ਸੱਚੇ ਜੀਵਨ ਪੰਥ ਤੇ ਉਹ ਚੱਲ ਪਿਆ ਹੈ। ਤੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਉਸਤਤ ਕਰੇ ਜਹਾਨ। ਸਾਰੀ ਦੁਨੀਆ ਇਹੋ ਜਿਹੇ ਮਨੁੱਖ ਦੀ ਵਡਿਆਈ ਕਰਦੀ ਏ, ਉਸ ਨੂੰ ਇੱਜ਼ਤ ਦਿੰਦੀ ਏ, ਉਸ ਨੂੰ ਸਤਿਕਾਰ ਦਿੰਦੀ ਏ, ਭਈ ਇਹ ਸੱਚ ਦੇ ਰਾਹ ਤੇ ਤੁਰਿਆ ਹੋਇਆ ਮਨੁੱਖ ਏ। ਤੇ ਸੱਚ ਦਾ ਰਾਹ ਛੋਟੇ ਛੋਟੇ ਸੱਚ ਜੀਵਨ ਵਿੱਚ ਅਪਣਾਣੇ ਸ਼ੁਰੂ ਕਰੀਏ, ਛੋਟੇ ਛੋਟੇ ਝੂਠ ਤਿਆਗਣੇ ਸ਼ੁਰੂ ਕਰੀਏ, ਫਿਰ ਵੱਡਾ ਸੱਚ ਵੀ ਸਾਡੀ ਜ਼ਿੰਦਗੀ ਚ ਆਏਗਾ ਤੇ ਵੱਡਾ ਸੱਚ ਵੀ ਅਲੋਪ ਹੋ, ਵੱਡਾ ਝੂਠ ਵੀ ਅਲੋਪ ਹੋ ਜਾਏਗਾ। ਸੋ ਆਪਾਂ ਯਤਨ ਕਰੀਏ ਕਿ ਸੱਚ ਦੇ ਰਾਹ ਤੇ ਤੁਰੀਏ। ਫਿਰ ਅਗਲਾ ਬਚਨ ਨੇ 860 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਇੱਥੇ ਪਰਵਾਨ ਦਾ ਅਰਥ ਵਿਦਵਾਨ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਜਿਵੇਂ ਪ੍ਰਮਾਣਿਤ ਹੋਣਾ। ਅਸੀਂ ਇਹਨੂੰ ਜਦੋਂ ਪੰਕਤੀ ਨੂੰ ਆਪਣੇ ਪਾਠ ਦੀ ਲੈਅ ਵਿੱਚ ਪੜ੍ਹਦੇ ਜਾਈਏ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜੀ ਦਇਆ ਪਰਵਾਨ, ਵੀ ਕਿਸੇ ਜੀ ਉੱਤੇ ਦਇਆ ਕਰੀਏ ਤੇ ਰੱਬ ਦੇ ਘਰੋਂ ਦਇਆ ਪ੍ਰਵਾਨ ਹੋ ਜਾਂਦੀ। ਅਸਲ 'ਚ ਇਹਦਾ ਮਤਲਬ ਇਹ ਨਹੀਂ। ਪ੍ਰਵਾਨ ਨੂੰ ਇੱਕ ਪਾਸੇ ਅਜੇ ਰਹਿਣ ਦਿਓ ਤੇ ਤੁਸੀਂ ਪਹਿਲੀਆਂ ਚੀਜ਼ਾਂ ਵੱਲ ਵੇਖੋ। 860 ਤੀਰਥ, ਇਹਦਾ ਧਿਆਨ ਧਰੋ। ਸਗਲ ਪੁੰਨ ਅਤੇ ਜੀ ਦਇਆ, ਇਹ ਸਾਰੇ ਕਰਮ ਨੇ, ਇਹ ਸਾਰੇ ਕਿਰਿਆ ਕੀਤੀਆਂ ਜਾਂਦੀਆਂ ਨੇ। ਤੀਰਥਾਂ ਵਿੱਚ ਨਹਾਤਾ ਜਾਂਦਾ ਹੈ, ਪੁੰਨ ਕੀਤੇ ਜਾਂਦੇ ਨੇ, ਦਇਆ ਕੀਤੀ ਜਾਂਦੀ ਹੈ। ਔਰ ਇਹਨਾਂ ਕਰਮਾਂ ਨੂੰ ਸਮਾਜ ਦੇ ਅੰਦਰ ਚੰਗੇ ਕਰਮ ਮੰਨਿਆ ਜਾਂਦਾ ਹੈ। ਸੋ ਪ੍ਰਵਾਨ ਦਾ ਮਤਲਬ ਇੱਥੇ ਆ ਕਿ ਇਹ ਜਿਹੜੇ ਉੱਤੇ ਦੱਸੇ ਕਰਮ ਨੇ, ਇਹਨਾਂ ਨੂੰ ਸਾਡੇ ਸਮਾਜ ਨੇ ਪ੍ਰਵਾਨ ਕੀਤਾ ਹੋਇਆ ਹੈ। ਇਹ ਪ੍ਰਮਾਣਿਤ ਕਰਮ ਨੇ ਕਿ ਇਹ ਚੰਗੇ ਕਰਮ ਨੇ। ਔਰ ਗੁਰੂ ਜੀ ਵੀ ਇਹਨਾਂ ਨੂੰ ਕੋਈ ਮਾੜੇ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਇਹ ਚੰਗੇ ਕਰਮ ਨੇ, ਇਹ ਪ੍ਰਵਾਨ ਨੇ ਸਾਡੇ ਸਮਾਜ ਵਿੱਚ। ਪਰ ਇਹ ਸਾਰੇ ਦੇ ਸਾਰੇ ਜੀਆਂ ਉੱਤੇ ਦਇਆ ਕਰਨੀ, ਸਾਰੇ ਪੁੰਨ ਕਰਮ ਕਰਨੇ, 88 ਤੀਰਥਾਂ ਉੱਤੇ ਇਸ਼ਨਾਨ ਕਰਨਾ, ਦੋ ਚੀਜ਼ਾਂ ਕਰ ਲਵੋ, ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਤੇ ਦੂਜਾ ਬਚਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਭਾਵ ਪ੍ਰਭੂ ਦੀ ਭਗਤੀ ਵਿੱਚ ਲੀਨ ਹੋਵੋ, ਸਾਧ ਸੰਗਤ ਵਿੱਚ ਡੁਬਕੀ ਲਗਾਓ। ਇਹ ਕਰਨ ਦੇ ਨਾਲ ਆ ਸਾਰੇ ਕਰਮ ਸਹਿ ਸੁਭਾਏ ਆਪੇ ਹੀ ਹੋ ਜਾਣਗੇ, ਉਚੇਚੇ ਤੌਰ ਤੇ ਕਰਨ ਦੀ ਜ਼ਰੂਰਤ ਨਹੀਂ ਪਏਗੀ। ਇਹਦਾ ਮਤਲਬ ਇਹ ਵੀ ਨਾ ਲੈਣਾ ਕਿ ਗੁਰੂ ਜੀ ਕਿਤੇ ਦਇਆ ਕਰਨ ਤੋਂ ਮਨਾ ਕਰ ਰਹੇ ਨੇ, ਇਹ ਨਹੀਂ। ਸਗੋਂ ਇਹ ਹੈ ਕਿ ਸਾਰਿਆਂ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ਪ੍ਰਭੂ ਦੀ ਭਗਤੀ ਕਰਨਾ, ਨਾਮ ਜਪਣਾ। ਜੇ ਤੁਸੀਂ ਉਹ ਕਰ ਲਵੋ ਤੇ ਉਹਦੇ ਵਿੱਚ ਸਾਰੇ ਹੀ ਕਰਮ ਆ ਜਾਂਦੇ ਨੇ। ਜਿਵੇਂ ਇੱਕ ਅਖਾਨ ਜਿਹੇ ਦੀ ਤਰ੍ਹਾਂ ਬਣਿਆ ਹੋਇਆ ਕਿ ਹਾਥੀ ਦੇ ਪੈਰ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ। ਭਾਵ ਉਹਦਾ ਇੰਨਾ ਵੱਡਾ ਆਕਾਰ ਹੈ ਕਿ ਸਾਰੀਆਂ ਪੈੜਾਂ ਉਹਦੇ ਵਿੱਚ ਸਮਾ ਜਾਂਦੀਆਂ ਨੇ। ਪ੍ਰਭੂ ਦੀ ਭਗਤੀ ਇੰਨਾ ਵੱਡਾ, ਉੱਚਾ ਤੇ ਸੁੱਚਾ ਪਵਿੱਤਰ ਕਰਮ ਹੈ ਕਿ ਬਾਕੀ ਸਾਰੇ ਦੇ ਸਾਰੇ ਕਰਮ ਉਹ ਇੱਕ ਕਰਮ ਕਰਨ ਦੇ ਨਾਲ ਉਹਦੇ ਵਿੱਚ ਹੀ ਆ ਜਾਂਦੇ ਨੇ। ਫਿਰ ਉਚੇਚੇ ਤੌਰ ਤੇ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਇਹ ਸਭ ਕੁਝ ਕਿਸ ਨੂੰ ਮਿਲਦਾ ਹੈ? ਕੌਣ ਕਰ ਪਾਉਂਦਾ ਇਹ ਸਾਰੇ ਕਰਮ? ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਪਰਮਾਤਮਾ ਜਿਸ ਮਨੁੱਖ ਨੂੰ ਦਇਆ ਕਰਕੇ ਸਾਧੂ ਸੰਗਤ ਬਖਸ਼ ਦੇਵੇ, ਜੋ ਸਾਨੂੰ ਬਖਸ਼ੀ ਹੋਈ ਹੈ। ਕਈ ਵਾਰੀ ਇਸ ਤਰ੍ਹਾਂ ਵੀ ਮਨ ਵਿੱਚ ਆ ਜਾਂਦਾ ਜਦੋਂ ਸਾਧੂ ਸੰਗਤ ਦੀ ਗੱਲ ਕਰਦੇ ਹਾਂ ਵੀ ਕੋਈ ਸਾਧੂ ਡੇਰੇਦਾਰ ਲੱਭੀਏ, ਉਹਦੀ ਸੰਗਤ ਕਰੀਏ। ਇਸ ਤਰ੍ਹਾਂ ਨਹੀਂ ਸੋਚਣਾ, ਕਦੇ ਵੀ ਨਹੀਂ ਸੋਚਣਾ। ਇੱਥੇ ਸਾਧੂ ਮੌਜੂਦ ਨੇ ਆਪਣੇ ਕੋਲ, ਬਾਹਰ ਲੱਭਣ ਦੀ ਜ਼ਰੂਰਤ ਨਹੀਂ। ਇਹ ਬਚਨ ਸਾਧੂ ਹੀ ਤੇ ਸਾਨੂੰ ਕਹਿ ਰਹੇ ਨੇ, ਹੋਰ ਕੌਣ ਕਹਿ ਰਿਹਾ? ਸੋ ਸਾਧੂ ਸੰਗਤ, ਬਸ ਗੁਰੂ ਸੰਗਤ ਵਿੱਚ ਜਿੱਥੇ ਅਸੀਂ ਬੈਠ ਕੇ, ਸਾਧੂ ਸੰਗਤ ਕਿਸ ਨੂੰ ਆਖਦੇ ਨੇ? ਜਿੱਥੇ ਨਾਮ ਦੀ ਚਰਚਾ ਹੋਵੇ, ਸ਼ੁਭ ਗੁਣਾਂ ਦੀ ਚਰਚਾ ਹੋਵੇ, ਵਾਹਿਗੁਰੂ ਜੀ ਦਾ ਜਸ ਹੋਵੇ, ਉਸੇ ਨੂੰ ਤੇ ਸਾਧ ਸੰਗਤ ਆਖਦੇ ਨੇ। ਸੋ ਆਪਾਂ ਉਹ ਹੁਣ ਕਰ ਹੀ ਰਹੇ ਹਾਂ।
ਜਿਸ ਨੂੰ ਦੇਵੈ ਦਇਆ ਕਰ। ਜਿਸ ਮਨੁੱਖ ਨੂੰ ਦਇਆ ਕਰਕੇ ਗੁਰੂ ਮਹਾਰਾਜ ਪਰਮੇਸ਼ਵਰ ਜੀ ਇਹ ਸਾਧ ਸੰਗਤ ਬਖਸ਼ਿਸ਼ ਕਰ ਦਿੰਦੇ ਨੇ, ਸੋਈ ਪੁਰਖ ਸੁਜਾਨ, ਉਹੀ ਸਿਆਣਾ ਇਨਸਾਨ ਹੈ। ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਸਤਿਗੁਰੂ ਆਖਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤ ਦੀ ਕਿਰਪਾ ਸਦਕਾ ਨਾਮ ਦਾ ਅਭਿਆਸ ਹੋਇਆ। ਇਸ ਅਭਿਆਸ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੋਈ, ਭਾਵ ਜਿਹੜੀ ਉਹ ਵਿੱਥ ਪਈ ਸੀ ਮਾਲਕ ਨਾਲੋਂ ਉਹ ਮਿਟ ਗਈ। ਉਹਨਾਂ ਲੋਕਾਂ ਤੋਂ ਮੈਂ ਸਦਕੇ ਜਾਣਾ, ਮੈਂ ਕੁਰਬਾਨ ਜਾਣਾ। ਤੇ ਫਿਰ ਆਖਦੇ ਨੇ ਅਖੀਰ ਵਿੱਚ ਮਾਘ ਸੁੱਚੇ ਸੇ ਕਾਂਢੀ ਐ, ਉਹਨਾਂ ਨੂੰ ਸੁੱਚੇ ਨਾ ਮੰਨੋ। ਬਹਿਨ ਜੇ ਪਿੰਡਾ ਧੋਏ, ਆਸਾ ਦੀ ਵਾਰ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਸੂਚੇ ਇਹ ਨਾ ਆਖੀਐ ਹੈ ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਿਹੜੇ ਨਹਾ ਧੋ ਕੇ ਤਿਲਕ ਲਗਾ ਕੇ ਮੇਰੇ ਵਾਂਗੂ ਬਸ ਵਸਤਰ ਸਜਾਏ ਤੇ ਬਹਿ ਗਏ ਚੌਂਕੜਾ ਲਗਾ ਕੇ, ਇਹਨਾਂ ਨੂੰ ਸੁੱਚੇ ਨਾ ਮੰਨੋ। ਸੁੱਚਾ ਉਹ ਮਨੁੱਖ ਹੈ ਜਿਹੜਾ ਅੰਦਰੋਂ ਸੁੱਚਾ ਹੋਇਆ, ਜਿਹਦੇ ਅੰਦਰ ਸੱਚ ਟਿਕ ਗਿਆ। ਸੱਚ ਤੋਂ ਬਿਨਾਂ ਸੁੱਚਾ ਨਹੀਂ ਹੋ ਸਕਦਾ। ਤੇ ਅਸੀਂ ਇਹ ਯਤਨ ਕਰੀਏ ਕਿ ਮਨ ਵਿੱਚ ਸੱਚ ਦੇ ਧਾਰਨੀ ਬਣੀਏ, ਸੱਚ ਨੂੰ ਧਾਰਨ ਕਰੀਏ। ਜਿਵੇਂ ਜਿਵੇਂ ਮਨ ਸੱਚ ਵਿੱਚ ਸਮਾਏਗਾ ਤਿਵੇਂ ਤਿਵੇਂ ਅਸੀਂ ਸੁੱਚੇ ਹੁੰਦੇ ਜਾਵਾਂਗੇ। ਮਾਘ ਦੇ ਮਹੀਨੇ ਵਿੱਚ ਸੁੱਚੇ ਸੇ ਕਾਂਢੀਆਂ, ਕਾਂਢੀਆਂ ਦਾ ਮਤਲਬ ਹੁੰਦਾ ਆਖੇ ਜਾਂਦੇ ਹਨ। ਉਹ ਲੋਕ ਸੁੱਚੇ ਆਖੇ ਜਾਂਦੇ ਹਨ ਜਿਨ ਪੂਰਾ ਗੁਰ ਮਿਹਰਬਾਨ। ਇੱਥੇ ਜਿਹੜਾ ਗੁਰ ਸ਼ਬਦ ਹੈ ਪਰਮਾਤਮਾ ਲਈ ਵਰਤਿਆ ਜਾਂਦਾ ਹੈ ਕਿ ਜਿਨ੍ਹਾਂ ਉੱਤੇ ਪਰਿਪੂਰਨ ਪਰਮਾਤਮਾ ਮਿਹਰਬਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤ ਬਖਸ਼ਦਾ ਹੈ, ਸਾਧੂਆਂ ਦੀ ਸੰਗਤ ਬਖਸ਼ਦਾ ਹੈ। ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਮਿਲਦੀ ਏ ਉਹ ਨਾਮ ਧਿਆਉਂਦੇ ਨੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਬਾਣੀ ਸੁਣਦੇ ਨੇ ਤੇ ਇਹਨਾਂ ਸ਼ੁਭ ਗੁਣਾਂ ਨੂੰ ਮਨ ਵਿੱਚ ਵਸਾ ਕੇ ਉਹ ਸੁੱਚੇ ਹੋ ਜਾਂਦੇ ਨੇ ਮਨ ਕਰਕੇ। ਸੋ ਉਹਨਾਂ ਦਾ ਜੀਵਨ ਸਫਲ ਜੀਵਨ ਬਣ ਜਾਂਦਾ ਹੈ। ਸੋ ਇੱਥੋਂ ਤੱਕ ਅੱਜ ਦੇ ਵਿਚਾਰ ਸੀ ਇਸ ਪਵਿੱਤਰ ਬਚਨ ਦੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਹੁਣ ਆਪਾਂ ਥੋੜਾ ਜਿਹਾ ਸਮਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜਦੇ ਹਾਂ ਜਿਨ੍ਹਾਂ ਦੇ ਸਬੰਧ ਵਿੱਚ ਮੁਕਤਸਰ ਸਾਹਿਬ ਦੀਵਾਨ ਸੱਜਦੇ ਨੇ, ਜੋੜ ਮੇਲਾ ਹੁੰਦਾ ਹੈ ਮਾਘੀ ਦੇ ਦਿਹਾੜੇ। ਸੋ ਉਹਨਾਂ ਦੀ ਯਾਦ ਵਿੱਚ ਜੁੜਨ ਲਈ ਸਾਨੂੰ ਥੋੜਾ ਜਿਹਾ ਪਿਛੋਕੜ ਵੇਖਣਾ ਹੋਏਗਾ ਕਿ ਇਸ ਮੁਕਤਸਰ ਦੇ ਜੋੜ ਮੇਲੇ ਦਾ ਪਿਛੋਕੜ ਕੀ ਹੈ, ਮੁਕਤਸਰ ਦੇ ਸ਼ਹੀਦਾਂ ਦਾ ਪਿਛੋਕੜ ਕੀ ਹੈ। ਅਸੀਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਵਿੱਚੋਂ ਚਲੇ ਗਏ। ਉਹਨਾਂ ਦੇ ਨਾਲ ਦੇ ਸਿੰਘ ਸ਼ਹੀਦ ਹੋਏ। ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋਏ। ਉਹ ਉੱਚੀ ਆਵਾਜ਼ ਦੇ ਕੇ ਤਾੜੀ ਮਾਰ ਕੇ ਇਸ ਗੜੀ ਨੂੰ ਛੱਡ ਕੇ ਚਲੇ ਗਏ। ਦੂਜੇ ਪਾਸੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਉਹ ਸਰਹੰਦ ਦੇ ਵਿੱਚ ਸ਼ਹੀਦ ਹੋਏ। ਗੁਰੂ ਸਾਹਿਬ ਉਸ ਵਕਤ ਤੱਕ ਪੰਜਾਬ ਦੇ ਰਾਮੇ ਆਣੇ ਵਾਲੀ ਧਰਤੀ ਤੇ ਪਹੁੰਚ ਚੁੱਕੇ ਸਨ, ਲੁਧਿਆਣੇ ਤੋਂ ਅੱਗੇ ਨਿਕਲ ਚੁੱਕੇ ਸਨ। ਉੱਥੇ ਉਹਨਾਂ ਨੂੰ ਇਹ ਖਬਰ ਮਿਲੀ ਛੋਟੇ ਸਾਹਿਬਜ਼ਾਦਿਆਂ ਦੀ, ਮਾਤਾ ਜੀ ਦੀ ਅਤੇ ਹੋਰ ਬਹੁਤ ਸਾਰਾ ਜੋ ਵੀ ਨੁਕਸਾਨ ਹੋਇਆ, ਆਪਾਂ ਨੂੰ ਸਾਰਾ ਉਸ ਇਤਿਹਾਸ ਦਾ ਪਤਾ ਹੈ। ਉੱਥੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਇਲਾਕੇ ਵਿੱਚ ਵਿਚਰਦੇ ਨੇ ਜਿੱਥੇ ਉਹਨਾਂ ਨੇ ਜ਼ਫਰਨਾਮਾ ਲਿਖਿਆ। ਇਤਿਹਾਦਕ ਉਹਨਾਂ ਨੂੰ ਸਿੱਖ ਮਿਲੇ ਤੇ ਉਹਨਾਂ ਨੇ ਸਿੱਖਾਂ ਨੂੰ ਇਕੱਠਿਆਂ ਕਰਕੇ ਤੇ ਫਿਰ ਇੱਕ ਤਰ੍ਹਾਂ ਦੀ ਫੌਜ, ਛੋਟੀ ਜੀ ਟੁਕੜੀ ਤਿਆਰ ਕੀਤੀ। ਇੱਧਰ ਜਿਹੜਾ ਸਰਹੰਦ ਦਾ ਨਵਾਬ ਹੈ ਵਜ਼ੀਦ ਖਾਨ, ਉਸ ਨੂੰ ਇਹ ਪਤਾ ਲੱਗ ਗਿਆ ਕਿ ਚਮਕੌਰ ਦੀ ਗੜੀ ਵਿੱਚੋਂ ਜਿਸ ਨੂੰ ਅਸੀਂ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਮੰਨਿਆ, ਉਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਸਨ, ਉਹ ਉਹਨਾਂ ਦਾ ਕੋਈ ਸਿੱਖ ਸੀ। ਚਲੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਤਾ ਕਰੀਏ ਤੇ ਉਹਨਾਂ ਨੂੰ ਫੜ ਕੇ ਤੇ ਫਿਰ ਉਹਨਾਂ ਦੇ ਨਾਲ ਜੰਗ ਲੜੀਏ, ਜਾਂ ਉਹਨਾਂ ਨੂੰ ਜਿੰਦਾ ਫੜ ਲਈਏ, ਗ੍ਰਿਫਤਾਰ ਕਰੀਏ ਤੇ ਜਾਂ ਉਹਨਾਂ ਨੂੰ ਮਾਰ ਮੁਕਾਈਏ।
ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਉਹ ਸਰਹੰਦ ਤੋਂ ਫਿਰ ਬਹੁਤ ਸਾਰੀ ਫੌਜ ਲੈ ਕੇ ਗੁਰੂ ਸਾਹਿਬ ਦਾ ਪਿੱਛਾ ਕਰਦਾ ਕਰਦਾ ਇਸ ਪੰਜਾਬ ਦੀ ਧਰਤੀ ਤੇ ਉਸ ਖਿੱਤੇ ਵਿੱਚ ਜਿਸ ਨੂੰ ਅੱਜ ਅਸੀਂ ਮਾਲਵਾ ਆਖਦੇ ਹਾਂ ਉੱਥੇ ਪਹੁੰਚ ਗਏ। ਗੁਰੂ ਸਾਹਿਬ ਜੀ ਕੋਟ ਕਪੂਰੇ ਤੋਂ ਹੁੰਦੇ ਹੋਏ ਇਸ ਜਗ੍ਹਾ ਤੇ ਪਹੁੰਚ ਗਏ ਸਨ ਜਿਸ ਨੂੰ ਅੱਜ ਅਸੀਂ ਮੁਕਤਸਰ ਸਾਹਿਬ ਆਖਦੇ ਹਾਂ। ਪੁਰਾਣੇ ਸਮੇਂ ਵਿੱਚ ਇਹ ਖਿਦਰਾਣੇ ਦੀ ਢਾਬ ਸੀ। ਖਿਦਰਾਣਾ ਇੱਕ ਆਦਮੀ ਦਾ ਚੌਧਰੀ ਦਾ ਨਾਂ ਸੀ। ਇਹ ਢਾਬ ਮੈਨੇ ਇੱਕ ਵੱਡਾ ਪਾਣੀ ਦਾ ਸਰੋਵਰ ਸੀ ਜਿਹਦੇ ਵਿੱਚ ਮੀਂਹ ਪੈਣ ਤੇ ਪਾਣੀ ਇਕੱਠਾ ਹੁੰਦਾ ਤੇ ਸਾਰੀਆਂ ਗਰਮੀਆਂ ਇੱਥੋਂ ਪਾਣੀ ਇਸ ਨੂੰ ਵਰਤਦੇ ਰਹਿੰਦੇ ਸਨ। ਉਸ ਨੂੰ ਢਾਬ ਆਖਿਆ ਜਾਂਦਾ ਸੀ। ਇਹ ਖਿਦਰਾਣੇ ਦੀ ਉਸ ਚੌਧਰੀ ਦੀ ਢਾਬ ਸੀ ਜਿੱਥੇ ਗੁਰੂ ਸਾਹਿਬ ਪਹੁੰਚ ਗਏ ਸਨ। ਇਹ ਸਰਹੰਦ ਦਾ ਵਜ਼ੀਰ ਖਾਨ ਸੂਬੇਦਾਰ ਆਪਣੀ ਫੌਜ ਲੈ ਕੇ ਗੁਰੂ ਜੀ ਦਾ ਪਿੱਛਾ ਕਰਦਾ ਹੋਇਆ ਇਹ ਵੀ ਕੋਟ ਕਪੂਰੇ ਪਹੁੰਚ ਗਿਆ। ਇਹ ਕੋਟ ਕਪੂਰਾ ਕੀ, ਕਪੂਰਾ ਵੀ ਬੰਦੇ ਦਾ ਹੀ ਨਾਂ ਹੈ ਤੇ ਉਹਦਾ ਇੱਥੇ ਇੱਕ ਕਿਲਾ ਸੀ, ਉਹਨੇ ਪਿੰਡ ਵਸਾਇਆ ਸੀ, ਉਸ ਨੂੰ ਕੋਟ ਕਪੂਰਾ ਆਖਦੇ ਸਨ। ਉਸ ਕਪੂਰੇ ਨੂੰ ਮਿਲਿਆ ਇਹ ਸਰਹੰਦ ਦਾ ਸੂਬੇਦਾਰ ਤੇ ਉਸ ਨੂੰ ਪੁੱਛਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਕਿੱਧਰ ਨੂੰ ਗਏ ਨੇ। ਉਹਨੇ ਦੱਸਿਆ ਕਿਉਂਕਿ ਉਹ ਥੋੜਾ ਡਰਿਆ ਹੋਇਆ ਸੀ ਸੂਬੇਦਾਰ ਦੀ ਫੌਜ ਵੇਖ ਕੇ ਕਿ ਜੇ ਮੈਂ ਸੱਚ ਨਾ ਬੋਲਿਆ ਨਾ ਦੱਸਿਆ ਤੇ ਹੋ ਸਕਦਾ ਮੇਰਾ ਜਾਨੀ ਤੇ ਮਾਲੀ ਨੁਕਸਾਨ ਇਹ ਸੂਬੇਦਾਰ ਕਰੇ। ਉਸਨੇ ਦੱਸਿਆ ਕਿ ਉਹ ਇਸ ਪਾਸੇ ਨੂੰ ਅੱਗੇ ਖਿਦਰਾਣੇ ਦੀ ਢਾਬ ਵੱਲ ਨੂੰ ਚਲੇ ਗਏ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਇਸ ਚੌਧਰੀ ਨੂੰ ਕਪੂਰੇ ਨੂੰ ਮਿਲ ਕੇ ਹੀ ਅੱਗੇ ਗਏ ਸਨ। ਸੂਬੇਦਾਰ ਨੇ ਕਪੂਰੇ ਨੂੰ ਨਾਲ ਲਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿੱਛਾ ਕਰਦਾ ਕਰਦਾ ਖਿਦਰਾਣੇ ਦੀ ਢਾਬ ਤੱਕ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਕਿ ਇਹ ਸੂਬੇਦਾਰ ਫੌਜ ਲੈ ਕੇ ਲੜਨ ਦਾ ਮਨ ਬਣਾ ਕੇ ਸਾਡੇ ਪਿੱਛੇ ਇੱਥੋਂ ਤੱਕ ਪਹੁੰਚ ਗਿਆ ਹੈ। ਉਸ ਵਕਤ ਤੱਕ ਕੁਝ ਪੰਜਾਬ ਦੇ ਮਾਝੇ ਦੇ ਸੂਰਮੇ ਜਿਨ੍ਹਾਂ ਦੇ ਨਾਲ ਮਾਤਾ ਭਾਗ ਕੌਰ ਜੀ ਨੇ, ਜਿਨ੍ਹਾਂ ਦੇ ਨਾਲ ਸਰਦਾਰ ਮਹਾ ਸਿੰਘ ਜੀ ਨੇ, ਇਹਨਾਂ ਦੇ ਸਮੇਤ 40 ਸਿੰਘ ਉਹ ਇੱਥੇ ਖਿਦਰਾਣੇ ਦੀ ਢਾਬ ਤੇ ਸੂਬੇਦਾਰ ਦੇ ਪਹੁੰਚਣ ਤੋਂ ਪਹਿਲਾਂ ਪਹੁੰਚ ਚੁੱਕੇ ਸਨ। ਇਹਨਾਂ ਨੂੰ ਵੀ ਪਤਾ ਲੱਗਾ ਕਿ ਫੌਜ ਲੜਨ ਵਾਸਤੇ ਇੱਥੋਂ ਤੱਕ ਨੇੜੇ ਪਹੁੰਚ ਚੁੱਕੀ ਏ ਤੇ ਇਹਨਾਂ ਨੇ ਮਨ ਬਣਾਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸੂਬੇਦਾਰ ਦੀ ਫੌਜ ਨੂੰ ਅਸੀਂ ਪਹੁੰਚਣ ਨਹੀਂ ਦੇਵਾਂਗੇ ਆਪਣੇ ਜਿੰਦਾ ਜੀ। ਸਾਨੂੰ ਸ਼ਹੀਦ ਕਰਕੇ ਇਹਦੀ ਫੌਜ ਅੱਗੇ ਚਲੀ ਜਾਏ ਤੇ ਚਲੀ ਜਾਏ, ਸਾਡੇ ਵੱਸ ਦੀ ਗੱਲ ਨਹੀਂ। ਸੋ ਇਹਨਾਂ ਸਿੰਘਾਂ ਨੇ ਆਪਣੇ ਮੋਰਚੇ ਸੰਭਾਲੇ ਖਿਦਰਾਣੇ ਦੀ ਢਾਬ ਦੇ ਬਿਲਕੁਲ ਕਿਨਾਰੇ ਤੇ। ਉੱਥੇ ਵੱਡੇ ਵੱਡੇ ਝਾੜੀਆਂ ਸਨ, ਮਲਿਆਂ ਦੇ ਰੁੱਖ ਸਨ, ਉਹਨਾਂ ਉੱਤੇ ਚਾਦਰਾਂ ਆਦਿਕ ਪਾ ਕੇ ਕਿ ਸੂਬੇਦਾਰ ਨੂੰ ਜਾਪੇ ਕਿ ਬਹੁਤ ਸਾਰੀ ਫੌਜ ਇੱਥੇ ਸਿੱਖਾਂ ਦੀ ਬੈਠੀ ਏ ਤੇ ਉੱਥੇ ਇਹਨਾਂ ਨੇ ਮੋਰਚੇ ਸੰਭਾਲ ਲਏ। ਗਰਮੀਆਂ ਦੇ ਦਿਨ ਸਨ। ਅਸੀਂ ਵੈਸੇ ਜੋੜ ਮੇਲਾ ਮਾਘ ਵਿੱਚ ਮਨਾਉਂਦੇ ਆ, ਪਰ ਜਦੋਂ ਇਹ ਲੜਾਈ ਹੋਈ ਏ ਉਹ ਜੇਠ ਦੇ ਦਿਨ ਨੇ। ਅੱਤ ਦੀ ਗਰਮੀ ਪੈ ਰਹੀ ਏ ਤੇ ਸੂਬੇਦਾਰ ਦੀਆਂ ਫੌਜਾਂ ਦੇ ਕੋਲ ਪਾਣੀ ਨਹੀਂ। ਸਾਰਾ ਦਿਨ ਕਮਸਾਨ ਦੀ ਲੜਾਈ ਹੋਈ ਏ। ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇਦਾਰ ਦੀਆਂ ਫੌਜਾਂ ਮਾਰੀਆਂ ਜਾ ਚੁੱਕੀਆਂ ਨੇ ਔਰ ਇਸ ਪਾਸਿਓਂ ਇਹ 40 ਸੂਰਮੇ ਵੀ, ਇਹਨਾਂ ਵਿੱਚੋਂ ਮਾਤਾ ਭਾਗ ਕੌਰ ਜਿੰਦਾ ਨੇ ਤੇ ਭਾਈ ਮਹਾ ਸਿੰਘ ਜਿੰਦਾ ਨੇ, ਬਾਕੀ 38 ਸਿੰਘ ਸ਼ਹੀਦ ਹੋ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਉੱਥੇ ਇੱਕ ਟਿੱਬੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਜਿੱਥੇ ਉਹ ਬੈਠ ਕੇ ਇਹਨਾਂ ਦੀ ਸਹਾਇਤਾ ਕਰਦੇ ਰਹੇ ਨੇ ਤੀਰ ਚਲਾ ਕੇ। ਇਸ ਵਕਤ ਤੱਕ ਸ਼ਾਮ ਪੈ ਗਈ ਏ ਤੇ ਫੌਜਾਂ ਇੱਕ ਤੇ ਸਿੰਘਾਂ ਨੇ ਮਾਰ ਦਿੱਤੀਆਂ, ਦੂਸਰਾ ਉਹ ਪਿਆਸੇ ਮਰ ਰਹੇ ਨੇ, ਪਾਣੀ ਕਿਸੇ ਪਾਸਿਓਂ ਮਿਲ ਨਹੀਂ ਰਿਹਾ। ਇਹ ਸਾਰਾ ਮਾਰੂਥਲ ਦਾ ਇਲਾਕਾ ਏ। ਸੂਬੇਦਾਰ ਦੇ ਕੋਲ ਜਦੋਂ ਫੌਜਾਂ ਨੇ ਆ ਕੇ ਹਾਲ ਪਾਰਿਆ ਕੀਤੀ ਕਿ ਅਸੀਂ ਤੇ ਪਾਣੀ ਦੇ ਦੁੱਖੋਂ ਤਰਿਆਏ ਮਰਦੇ ਜਾ ਰਹੇ ਹਾਂ, ਉਸਨੇ ਕਪੂਰੇ ਨੂੰ ਪੁੱਛਿਆ ਕਿ ਪਾਣੀ ਕਿੱਥੇ ਆ। ਕਪੂਰੇ ਨੇ ਇੱਕ ਗੱਲ ਬੜੀ ਸਿਆਣਪ ਭਰੀ ਕੀਤੀ, ਜਾਂ ਉਹ ਸੱਚ ਸੀ। ਉਹ ਕਹਿਣ ਲੱਗਾ ਵੀ ਜੇ ਤੁਸੀਂ ਅੱਗੇ ਵਧੋਗੇ ਤੇ ਪਾਣੀ ਤੁਹਾਨੂੰ 30 ਕੋਹਾਂ ਤੇ 30 ਮੀਲਾਂ ਤੇ ਜਾ ਕੇ ਮਿਲੇਗਾ, ਜੇ ਤੁਸੀਂ ਪਿੱਛੇ ਮੁੜਦੇ ਹੋ ਤੇ ਤੁਹਾਨੂੰ ਪਾਣੀ 10 ਮੀਲਾਂ ਤੇ ਮਿਲ ਜਾਏਗਾ। ਇਹ ਗੱਲ ਸੁਣ ਕੇ ਸੂਬੇਦਾਰ ਦੀਆਂ ਫੌਜਾਂ ਜੋ ਇੱਕ ਤੇ ਸਿੰਘਾਂ ਦੀ ਮਾਰ ਨਾ ਸਹਾਰ ਸਕੀਆਂ,
दूसरा पानी दी प्यास ने व्याकुल कीता, तीसरी जेठ हाड़ दी गर्मी ते तपदी होई रेत ने इन्हां नूं व्याकुल कीता। इन्हें पिछे मुड़ना ही पसंद कीता और नाले ये भी गल समझ गया कि जिस गुरु गोबिंद सिंह साहब नूं असीं फड़ना, मारना, गिरफ्तार करना चाह रहे हां, उस गुरु गोबिंद सिंह नूं असीं साल तो वधेरे आनंदपुर दी धरती उत्ते घेरा पाई रखिया, वो साडे तो उदों ना फड़िया गया। असीं 10 लाख तो वधेरे फौजां चमकौर दी गढ़ी दे चफेरे बिठा छड्डियां ते कमसान दी लड़ाई लड़ी, वो साडे कोलों उदों ना फड़िया गया। ते इत्थे खुलियां जूहां विच उहनूं फड़ लेना साडे वस दा काम नहीं, क्योंकि बहुत सारी फौज मारी गई। सूबे दा मन बनिया कि पिछे जाना चाहिदा, वो पिछे नूं उसने चाले पा दिते। गुरु गोबिंद सिंह साहब शाम दे वक्त जदों इस जंग दी समाप्ति होई, टिब्बी तो उतरे ते इस लड़ाई दे मैदान विच विचरे कि किथे किथे मेरे सिंह सूरबीर शहीद होए ने। ते उत्थे इतिहासकार लिखदे ने कि सारे ਸਿੰਘਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਪਈਆਂ ਨੂੰ ਵੇਖ ਕੇ ਉਹਨਾਂ ਉੱਤੇ ਕਿੰਨੇ ਜ਼ਖਮ ਹੋਏ ਨੇ, ਕਿੰਨੀ ਸੂਰਬੀਰਤਾ ਨਾਲੇ ਸਿੰਘ ਲੜ ਕੇ ਸ਼ਹੀਦ ਹੋਏ ਨੇ, ਉਹਨਾਂ ਨੂੰ ਖਿਤਾਬ ਬਖਸ਼ਦੇ ਰਹੇ। ਕਿਸੇ ਨੂੰ ਇਹ ਮੇਰਾ 10 ਹਜ਼ਾਰੀ, ਕਿਸੇ ਨੂੰ ਇਹ ਮੇਰਾ 20 ਹਜ਼ਾਰੀ, ਕਿਸੇ ਨੂੰ ਮੇਰਾ 30 ਹਜ਼ਾਰੀ, ਕੋਈ ਕਿਸੇ ਮੁਲਕ ਦਾ ਨਵਾਬ, ਕੋਈ ਕੁਝ ਇਹੋ ਜਿਹੇ ਖਿਤਾਬ ਦਿੰਦੇ ਦਿੰਦੇ ਉਹ ਭਾਈ ਮਹਾਂ ਸਿੰਘ ਜੀ ਦੇ ਕੋਲ ਪਹੁੰਚ ਗਏ। ਬਾਕੀ ਸਿੰਘ ਸ਼ਹੀਦ ਸਨ, ਭਾਈ ਮਹਾਂ ਸਿੰਘ ਉਹਦੇ ਸਵਾਸ ਚੱਲ ਰਹੇ ਨੇ, ਸਹਿਕਦਾ ਏ। ਤੇ ਜਿਵੇਂ ਹੀ ਗੁਰੂ ਸਾਹਿਬ ਉਹਦੇ ਕੋਲ ਪਹੁੰਚੇ ਤੇ ਵੇਖਿਆ ਕਿ ਇਸ ਸਿੰਘ ਦੇ ਪ੍ਰਾਣ ਚੱਲਦੇ ਨੇ, ਉਹਨਾਂ ਨੇ ਲਾਗੇ ਬੈਠ ਕੇ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਦ ਵਿੱਚ ਰੱਖਿਆ, ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਜਾਂ ਕਿਸੇ ਕੱਪੜੇ ਦੇ ਨਾਲ ਉਸ ਦੇ ਮੁਖ ਨੂੰ ਸਾਫ਼ ਕੀਤਾ ਤੇ ਉਸ ਦੇ ਮੁਖ ਵਿੱਚ 2 ਬੂੰਦਾਂ ਪਾਣੀ ਦੀਆਂ ਸਿੱਖਾਂ ਕੋਲੋਂ ਪਵਾਈਆਂ। ਜਿਵੇਂ ਹੀ ਉਸ ਨੂੰ ਸੁਰਤ ਆਈ, ਉਸ ਨੇ ਨੇਤਰ ਖੋਲੇ ਤੇ ਸਾਹਮਣੇ ਤੱਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਉਹਦੇ ਨੇਤਰ ਭਰ ਆਏ। ਸਤਿਗੁਰੂ ਜੀ ਨੇ ਆਖਿਆ, ਭਾਈ ਮਹਾਂ ਸਿੰਘ, ਤੂੰ ਬੜੀ ਬਹਾਦਰੀ ਨਾਲ ਲੜਿਆ ਹੈ, ਮੰਗ ਕੀ ਮੰਗਦਾ ਹੈ? ਜੋ ਮੁਖ ਤੋਂ ਆਖੇ ਤੈਨੂੰ ਮਿਲੇਗਾ। 3 ਲੋਕਾਂ ਦਾ ਤੈਨੂੰ ਰਾਜ ਦੇ ਦਈਏ, ਤੈਨੂੰ ਜੋ ਮੁਖ ਤੋਂ ਮੰਗੇ ਉਹ ਪ੍ਰਾਪਤ ਹੋਏਗਾ, ਮੰਗ। ਭਾਈ ਮਹਾਂ ਸਿੰਘ ਜੀ ਨੇ ਇੱਕ ਬਚਨ ਆਖਿਆ, ਸਤਿਗੁਰੂ ਜੀ, ਸਾਡੀ ਟੁੱਟੀ ਹੋਈ ਗੰਢ ਲਵੋ। ਸਾਡੀ ਸਭਨਾਂ ਦੀ ਟੁੱਟੀ ਹੋਈ, ਅਸਲ ਵਿੱਚ ਅਸੀਂ ਉਹਨਾਂ ਨੂੰ ਵਿਦਾ ਵੀ ਇਹ ਸਿੱਖ ਆਖ ਦਿੰਦੇ ਹਾਂ, ਸਾਨੂੰ ਨਹੀਂ ਆਖਣਾ ਚਾਹੀਦਾ। ਅਸੀਂ ਸਾਰੇ ਹੀ ਤੇ ਟੁੱਟੇ ਹੋਏ ਹਾਂ, ਪਰ ਟੂਟੀ ਗੰਢਣ ਹਾਰ ਸੁਆਮੀ, ਮਾਲਕ ਸਾਡਾ ਟੁੱਟੀਆਂ ਗੰਢਣ ਵਾਲਾ ਏ। ਅਸੀਂ ਵੀ ਸਾਰੇ ਜਿਵੇਂ ਭਾਈ ਮਹਾਂ ਸਿੰਘ ਜੀ ਨੇ ਆਪਣੀ ਟੁੱਟੀ ਹੋਈ ਸੁਰਤ ਜਿਹੜੀ ਸ਼ਬਦ ਨਾਲੋਂ ਟੁੱਟ ਗਈ ਸੀ, ਮੇਰੇ ਮਾਲਕ ਉਹ ਗੰਢ ਦਿਓ, ਜਾਣ ਲੱਗਾ ਹਾਂ ਸ਼ਬਦ ਨਾਲ ਜੁੜ ਕੇ ਮਰਾਂ ਤੇ ਮੇਰਾ ਜੀਵਨ ਸਫਲ ਹੋ ਜਾਏ। ਅਸੀਂ ਵੀ ਜੇ ਅੱਜ ਦੇ ਦਿਹਾੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਰੱਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਾਲਕ ਜੀ, ਸਾਡੀ ਵੀ ਟੁੱਟੀ ਹੋਈ ਗੰਢ ਲਓ, ਸਾਡੀ ਵੀ ਤੇ ਸੁਰਤ ਟੁੱਟੀ ਹੋਈ ਹੈ, ਅਸੀਂ ਵੀ ਤੇ ਤੇਰੇ ਨਾਲੋਂ ਵਿਛੜੇ ਹੀ ਹੋਏ ਆ, ਸਾਡੇ ਤੇ ਦਇਆ ਕਰੋ, ਸਾਡੀ ਟੁੱਟੀ ਗੰਢ ਲਵੋ। ਭਾਈ ਮਹਾਂ ਸਿੰਘ ਜੀ ਦੀ ਟੁੱਟੀ ਗੰਢ ਲਈ ਆਪਣੀ ਛਾਤੀ ਵਿੱਚ ਲਿਆ ਤੇ ਸਤਿਗੁਰੂ ਜੀ ਦੀ ਬੁੱਕਲ ਵਿੱਚ ਗਲੇ ਲੱਗਿਆਂ ਹੋਇਆਂ ਭਾਈ ਮਹਾਂ ਸਿੰਘ ਜੀ ਨੇ ਆਖਰੀ ਸਵਾਸ ਲਿਆ ਤੇ ਉਹ ਟੁੱਟੀ ਗੰਢਾ ਕੇ ਗੁਰੂ ਦਾ ਬਹਾਦਰ ਸਿੱਖ ਸੱਚਖੰਡ ਨੂੰ ਚਲਾ ਗਿਆ। ਅੱਗੇ ਮਾਤਾ ਭਾਗ ਕੌਰ ਜੀ ਮਿਲੇ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਬੜਾ ਅਦਬ ਤੇ ਸਤਿਕਾਰ ਦਿੱਤਾ ਤੇ ਨਾਲ ਆਖਿਆ, ਮਾਤਾ ਤੁਸੀਂ ਵੀ ਕੁਝ ਮੰਗੋ। ਉਹਨਾਂ ਆਖਿਆ, ਮੰਗਣਾ ਕੀ ਹੈ, ਤੁਹਾਡੇ ਦਰਸ਼ਨ ਹੋ ਗਏ ਨੇ, ਇਸ ਤੋਂ ਵੱਧ ਹੁਣ ਮੰਗਣ ਦੀ ਕੋਈ ਜ਼ਰੂਰਤ ਨਹੀਂ ਰਹੀ। ਆਹ ਜਿਹੜੇ ਸਿੰਘ ਸੂਰਮੇ ਸ਼ਹੀਦ ਹੋਏ ਨੇ, ਇਹਨਾਂ ਦੇ ਉੱਤੇ ਬਖਸ਼ਿਸ਼ ਕਰੋ। ਗੁਰੂ ਕਲਗੀਧਰ ਨੇ ਆਖਿਆ, ਭਾਗ ਕੌਰ, ਇਹ ਤੇ ਮੇਰੇ ਮੁਕਤੇ ਨੇ, ਭਾਵ ਇਹ ਤੇ ਜਨਮ ਮਰਨ ਤੋਂ ਮੁਕਤ ਹੋ ਗਏ ਨੇ ਇਸ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਕੇ। ਸੋ ਅੱਜ ਦੇ ਦਿਹਾੜੇ ਅਸੀਂ ਉਹਨਾਂ 40 ਮੁਕਤਿਆਂ ਨੂੰ ਵੀ ਪ੍ਰਣਾਮ ਕਰਦੇ ਹਾਂ। ਵੈਸੇ ਆਪਾਂ 40 ਮੁਕਤਿਆਂ ਨੂੰ 5 ਪਿਆਰੇ
ਤੇ 4 ਸਾਹਿਬਜ਼ਾਦਿਆਂ ਤੋਂ ਬਾਅਦ ਹਮੇਸ਼ਾ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ। ਉਹ ਸਾਡੇ ਇਤਿਹਾਸ ਦਾ, ਸਿੱਖੀ ਜੀਵਨ ਦਾ ਇੱਕ ਅੰਗ ਹਨ। ਉਹਨਾਂ ਨੂੰ ਕਦੀ ਭੁਲਾਇਆ ਜਾਂ ਵਿਸਾਰਿਆ ਨਹੀਂ ਜਾ ਸਕੇਗਾ। ਆਓ ਅਸੀਂ ਜਿੱਥੇ ਗੁਰੂ ਕੀ ਬਾਣੀ ਨਾਲ ਆਪਣੇ ਮਨ ਨੂੰ, ਬਿਰਤੀਆਂ ਨੂੰ ਸ਼ੁੱਧ ਕਰਨਾ ਹੈ, ਸਾਫ਼ ਕਰਨਾ ਹੈ, ਉੱਥੇ ਉਹਨਾਂ ਮਰ ਜੀਵੜਿਆਂ ਦੇ ਇਤਿਹਾਸ ਤੋਂ ਵੀ ਸਿੱਖਿਆ ਲਈਏ ਕਿ ਅਸੀਂ ਆਪਣੀ ਟੁੱਟੀ ਹੋਈ ਗੰਢਾ ਲਈਏ ਤੇ ਮਾਲਕ ਦੇ ਦਰ ਪ੍ਰਵਾਨ ਹੋ ਕੇ ਸਰੀਰ ਦਾ ਤਿਆਗ ਕਰੀਏ। ਅੱਜ ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।